ਵਾਹਿਗੁਰੂ ਜੀ ਅਨ ਵਾਹਿਗੁਰੂ ਜੀ। ਸਤਿਗੁਰ ਤੇਰੇ ਰਸਤੇ ਅੰਦਰ ਦਹਿਦਲ ਫਰਸ ਬਸਾਮਾ ਸੋਹਣਾ ਚਰਨ ਤਿਸਾਂ ਦਾ ਜੋੜਾ। ਇਹ ਦੋਏ ਨੈਣ ਮਨਾਵਾ, ਇਹ ਦੋਏ ਨੈਣ ਮਨਾਵਾ। ਇੱਕ ਦਿਨ ਮੈਨੇ ਸਤਿਗੁਰ ਪਾਸੋਂ ਮੈਂ ਪ੍ਰੇਮ ਸਰਾਂਗੀ ਪੀਤੀ। ਬਾਗ ਸਾਡੇ ਲਿਖੀ ਬਖੀਰੀ ਸਾ ਮਸਤਕ ਕਰ ਲੀਤੀ। ਇਸ ਲਾ ਜਨਮ ਅਕਾਰ ਚੁੱਕਿਆ, ਹਰ ਕੀ ਭਗਤ ਨਾ ਕੀਤੀ। ਅੱਗੀ ਅੱਗੀ ਸਮਝ ਚਲੋ ਨੰਦ ਲਾਲਾ, ਅੱਗੀ ਸਮਝ ਚਲੋ ਨੰਦ ਲਾਲਾ। ਪਾਸੇ ਜੋ ਵਿਧੀ ਸੋ ਵਿਧੀ, ਤੇਰੇ ਕੁੱਤਿਆਂ ਨਾਲੋਂ ਮੰਦਾ ਗੋਇਆ ਨੰਦ ਲਾਲ ਸਦਾਵੇ। ਚੁਣ ਚੁਣ ਤੇਰੇ ਦਰ ਦੇ ਕੁਣਕੇ, ਚੁਣ ਚੁਣ ਤੇਰੇ ਦਰ ਦੇ ਕੁਣਕੇ। ਏਦਾਂ ਵਕਤ ਲੰਘਾਵੇ, ਏਦਾਂ ਵਕਤ ਲੰਘਾਵੇ। ਮੈਂ ਪੀਤੀ ਸਖੀਓ ਇੱਕ ਪ੍ਰੇਮ ਸੁਰਾਹੀ, ਪੀਤੀ ਸਖੀਏ ਪ੍ਰੇਮ ਸੁਰਾਹੀ। ਸਖੀਏ
सतगुर बसों मैं प्रेम सरागी बीती आबाद साडे की फकीरी देख मस्तक कर दी थी इस्लाम जन्म अकाल दुखया हर की भगत न की कट जो बानी हर गुण गाही ना गावई मूर्ख अज्ञाना उठे लालच लग गए नहीं मरण बसाना
अजहू कस बिगड़ो नहीं जो प्रभु गुण गावे। कहो नानक के भजन से निर्भय पद पावे। कहो नानक के भजन से निर्भय पद पावे। ये कुछ नहीं बिगड़िया तेरा गोविंद जप ले मना। कुछ नहीं बिगड़िया तेरा गोविंद जप ले मना। गोविंद जप ले मना। कुछ नहीं बिगड़िया तेरा गोविंद जप ले मना। जप ले मना। कुछ नहीं बिगड़िया तेरा गोविंद जप ले मना। कुछ नहीं बिगड़िया तेरा गोविंद जप ले मना। बिगड़िया तेरा गोविंद जप ले मना। गोविंद जी 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 जप ले मना। कुछ नहीं बिगड़िया तेरा बिगड़िया तेरा बिगड़िया तेरा हाँ बिगड़िया तेरा गोविंद जप ये कुछ नहीं बिगड़िया तेरा गोविंद जप ले मना। कस बिगड़ो नहीं जो प्रभु गुण गावे। कहो नानक ते भजन ते निर्भय पद पावे। खंडा ब्रह्मंडा दे मालक कलयुग दे अवतार तुर की बाणी आई तिन सगली चिंत मिटाई। चवर सदर दे मालक धन धन श्री गुरु ग्रंथ साहिब जी दे महाराज जी दे चरनां च जितने भी माई भाई सजे हो आओ मन करके हाजिरी लवाओ जी। अज चौथे दीवान का समा जो शुरू हो चुके हैं काफ़ी समय तो जिथे तन करके बैठे हो तो उत्थे मन करके भी बैठिए हाजिरी लवाइए पूर्ण तौर पर लाहा लईए। सारे गज के बोलो वाहिगुरु जी का खालसा वाहिगुरु जी की फतेह। बहुत बड़ी बख्शिश हो रही है प्रेम की सराही सकण वास्ते।
ਪ੍ਰੇਮ ਦਾ ਆਨੰਦ ਪ੍ਰੇਮ ਦੇ ਰੱਸੇ ਵਿੱਚ ਬੰਨੇ ਹੋਏ ਹੋ। ਪ੍ਰੇਮ ਦਾ ਸਮੁੰਦਰ, ਪ੍ਰੇਮ ਦਾ ਦਰਿਆ ਵਗ ਰਿਹਾ ਕਈ ਦਿਨ ਤੋਂ। ਆਪ ਆਨੰਦ ਮਾਣ ਰਹੇ ਹੋ, ਪ੍ਰੇਮ ਬਸ ਹੋ ਕੇ ਗੁਰੂ ਦੀਆਂ ਕਹਾਣੀਆਂ ਬਵਾੜੀਆਂ ਦੇ ਨਾਲ ਜੁੜੇ ਜਾ ਰਹੇ ਹੋ। ਆਓ ਜਿੱਥੇ ਤੱਕ ਵੀ ਆਵਾਜ਼ ਆਉਂਦੀ ਹੈ ਸਾਰੇ ਭਾਈ ਪੂਰਾ ਪੂਰਾ ਲਾਹਾ ਲੈਣ ਦੀ ਖੇਚਲ ਕਰੋ, ਕਿਰਪਾਲਤਾ ਕਰੋ। ਮਹਾਂਪੁਰਸ਼ਾਂ ਵੱਲੋਂ ਇੱਕ ਵੇੜਾ ਤੋਰਿਆ ਗਿਆ। ਹੁਣ ਵੇੜੇ 'ਚ ਭਾਗਾਂ ਵਾਲੇ ਬਹਿੰਦੇ ਨੇ। ਹੁਣ ਪ੍ਰੇਮ ਦੀ ਸਰਾਹੀ ਦਾ ਆਨੰਦ ਕੀ ਹੈ? ਕਿਉਂਕਿ ਸਰਾਹੀ ਦੇ ਅਰਥ ਕਈ ਪ੍ਰਕਾਰ ਦੇ ਹੋ ਸਕਦੇ ਨੇ, ਪਰ ਆਪਾਂ ਆਪਣੇ ਕੰਮ ਦੇ ਅਰਥ ਕਰਨਾ ਹੈ। ਨੰਦ ਲਾਲ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪ੍ਰੇਮ ਦੀ ਸਰਾਹੀ ਛਕੀ। ਇੱਕ ਦਿਨ ਮਹਿੰਦੇ ਸਤਿਗੁਰ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ, ਅਭਾਗ ਸਾਡੇ ਲਿਖੀ ਬਖੀਰੀ ਤਿਸ ਮਸਤਕ ਕਰ ਲੀਤੀ। ਸਾਡੇ ਮਸਤਕ ਦਾ ਲੇਖ ਸੀ ਜਿਹੜਾ ਉਹ ਪੂਰਾ ਹੋਇਆ। ਸਾਡੇ ਜਿਹੜੇ ਭਾਗ ਦੀ ਕਿਸਮਤ ਦਾ ਆਨੰਦ ਸੀ ਉਹ ਪ੍ਰਾਪਤ ਹੋਇਆ। ਸਾਨੂੰ ਕਿਸਮਤ ਵਿੱਚ ਬਖੀਰੀ ਮਿਲੀ ਤਾਂ ਉਸ ਬਖੀਰੀ ਨੂੰ ਲੈ ਕੇ ਗੋਇਆ ਨੰਦ ਲਾਲ ਜੀ ਬੜੇ ਮਸਤ ਰਹਿੰਦੇ। ਫਿਰ ਦਸ਼ਮੇਸ਼ ਮਹਾਰਾਜ ਜੀ ਦੇ ਸਰੀਰ ਦੇ ਰੋਮਾਂ ਦੀ ਵੀ ਉਸਤਤ ਕਰੀ ਜਾਂਦੇ। ਦਸ਼ਮੇਸ਼ ਮਹਾਰਾਜ ਜੀ ਦੇ ਜਿਹੜੀ ਕਲਗੀ ਸਜੀ ਹੁੰਦੀ ਉਹਦੀ ਵੀ ਵਡਿਆਈ ਕਰੀ ਜਾਂਦੇ, ਕਿਉਂਕਿ ਆਪਾਂ ਆਗਮਨ ਪੁਰਬ ਰੱਖਿਆ ਦਸ਼ਮੇਸ਼ ਮਹਾਰਾਜ ਜੀ ਦਾ। ਆਗਮਨ ਪੁਰਬ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਅੱਜ ਗ੍ਰਹਿ ਆ ਗ੍ਰਹਿ ਅੰਦਰ ਬੈਠਿਆ ਨਾ ਇੱਥੇ ਹਰਚੰਦਪੁਰਾ ਗੁਰਦੁਆਰਾ ਝਿੜਾ ਸਾਹਿਬ। ਇਸ ਗ੍ਰਹਿ ਦੇ ਅੰਦਰ ਅੱਜ ਮੰਗਲ ਹੋ ਰਹੇ ਨੇ। ਦਸ਼ਮੇਸ਼ ਗੁਰੂ ਦੀ ਉਪਮਾ ਹੋ ਰਹੀ ਹੈ। ਗੋਇਆ ਨੰਦ ਲਾਲ ਜੀ ਦਸ਼ਮੇਸ਼ ਜੀ ਦੀ ਸ਼ਬਦ ਕਰਦੇ ਨੇ। ਇੱਕ ਦਿਨ ਮਹਿੰਦੇ ਸਤਿਗੁਰ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ, ਆਪ ਸਾਡੇ ਲਿਖੀ ਬਖੀਰੀ ਤਿਸ ਮਸਤਕ ਕਰ ਲੀਤੀ। ਤੇ ਮਿਲ ਗਈ ਬਖੀਰੀ। ਪਰ ਹੁਣ ਜੇ ਬਖੀਰੀ ਮਿਲ ਗਈ ਤਾਂ ਬਖੀਰੀ ਦੇ ਹੋਣ ਨਾਤੇ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਜੇ ਅਣਹੋਈ ਬਣ ਵੀ ਗਈ ਨਾ, ਕੋਈ ਸਰੀਰ ਤੇ ਦੁਖਾਂਤ ਆ ਗਿਆ, ਕਿਸੇ ਟਾਈਮ ਮਰਨਾ ਵੀ ਪੈ ਗਿਆ, ਦੁਨੀਆ ਤੋਂ ਜਾਣਾ ਵੀ ਪੈ ਗਿਆ, ਫਿਰ ਡਰਨਾ ਕਾਹਦੇ ਵਾਸਤੇ? ਮਰਨੇ ਤੇ ਕਿਆ ਡਰਪਣਾ? ਕਿਉਂ? ਮੌਤ ਸਚਾਈ ਨਹੀਂ। ਕਿਸ ਮਹਾਂਪੁਰਖ ਨੇ, ਕਿਸ ਪਿਆਰੇ ਨੇ, ਕਿਸ ਸੰਤ ਭਗਤ ਨੇ ਮੌਤ ਨੂੰ ਨਕਾਰਿਆ ਹੈ? ਸਭ ਨੇ ਮੌਤ ਨੂੰ ਸਵੀਕਾਰ ਕੀਤਾ। ਕਬੀਰ ਜੀ ਕਹਿ ਰਹੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਕੀ ਤੇ ਪਾਈਐ। ਪੂਰਨ ਪਰਮਾਨੰਦ, ਪੂਰਨ ਪਰਮਾਨੰਦ। ਨੰਦ ਤਾਂ ਇੱਥੇ 5-7 ਸਬਜ਼ੀਆਂ ਖਾ ਕੇ ਵੀ ਅਸੀਂ ਕਹਿ ਦਿੰਦੇ ਹਾਂ ਹਮੇ ਨੰਦ ਆ ਗਿਆ। ਕਿਸੇ ਚੰਗੇ ਰੈਸਟੋਰੈਂਟ ਵਿੱਚ ਜਾ ਕੇ ਉੱਥੇ ਵੀ ਕਹਿ ਦਿੰਦੇ ਹਾਂ ਆਨੰਦ ਆ ਗਿਆ। ਕਿਸੇ ਮਿਲਾਪੀ ਨਾਲ, ਕਿਸੇ ਮਿੱਤਰ ਨਾਲ ਮੇਲ ਹੋ ਗਿਆ ਕਾਫੀ ਸਮੇਂ ਬਾਅਦ, ਉਦੋਂ ਵੀ ਕਹਿ ਦਿੰਦੇ ਹਾਂ ਆਨੰਦ ਆ ਗਿਆ। ਪਰ ਜਿਹੜਾ ਆਨੰਦ ਆਰੇ ਥੱਲੇ ਖੜ ਕੇ ਆਇਆ, ਜਾਂ ਜਿਹੜਾ ਆਨੰਦ
ਵੱਡੇ ਸਾਰੇ ਕੜਾਹੇ 'ਚ ਬਹਿ ਕੇ, ਕਹਿ ਲਓ ਦੇਗ ਵਿੱਚ ਬਹਿ ਕੇ ਭਾਈ ਤਾਰੂ ਭਾਈ ਦਿਆਲਾ ਜੀ ਨੂੰ ਆਇਆ। ਜਦ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜਦ ਅੱਗ ਲਾਈ ਤਾਂ ਜਪਜੀ ਸਾਹਿਬ ਦੀ ਬਾਣੀ ਚੱਲ ਰਹੀ ਸੀ ਕਿ ਆਨੰਦ ਆ ਰਹੇ, ਆਨੰਦ। ਉਹ ਆਨੰਦ, ਆਨੰਦ ਸਭ ਕੋ ਕਹੇ, ਕਹੀ ਜਾਣਿਆ ਵੀ ਆਨੰਦ, ਆਨੰਦ। ਪਰ ਆਨੰਦ ਆਉਂਦਾ ਵੇਲਿਆਂ ਨੂੰ ਹੈ, ਥੋੜਿਆਂ ਨੂੰ ਆਉਂਦਾ। ਭਾਈ ਮਤੀ ਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਇੱਕ ਨੂੰ ਦੇਗ 'ਚ ਬਾਲਿਆ, ਇੱਕ ਨੂੰ ਆਰੇ ਥੱਲੇ ਖੜਾ ਲਿਆ, ਇੱਕ ਨੂੰ ਰੂਹ ਵਿੱਚ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਪਰ ਉਹ ਸਿੱਖ ਕੀ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲਾਗੈ, ਰਾਮ ਪਦਾਰਥ ਨਾਨਕ ਮਾਗੈ। ਇਸੇ ਤਰ੍ਹਾਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਅੰਗੂਠੇ ਤੇ ਉਂਗਲ ਵਿਚਾਰੇ ਇੱਕ ਸਾਲਾ ਜਿਹਾ ਹੋ ਗਿਆ। ਮਹਾਰਾਜ ਕਹਿੰਦੇ ਭਾਈ ਚੁੱਭ ਰਿਹਾ ਕੁਛ ਚਰਨ ਦੇ ਵਿਚਾਲੇ, ਅੰਗੂਠੇ ਤੇ ਉਂਗਲ ਵਿਚਾਰੇ ਕੁਛ ਚੁੱਭ ਰਿਹਾ। ਇਹਦਾ ਜਾਪਦਾ ਵੀ ਜਿਵੇਂ ਕੋਈ ਸੂਲਾ ਮਾਰਦਾ ਹੈ, ਕੋਈ ਸੂਈ ਮਾਰਦਾ ਹੈ। ਮਹਾਰਾਜ ਦੇਖ ਲੈਂਦੇ ਆ ਕੀ ਗੱਲ ਹੈ। ਤਾਂ ਦੇਖਿਆ ਇੱਕ ਸਾਲਾ ਬਣਿਆ ਪਿਆ। ਮਹਾਰਾਜ ਸਾਲਾ ਬਣਿਆ ਪਿਆ। ਚਲੋ ਕੋਈ ਨਹੀਂ, ਵਹਿਮ ਨਾ ਕਰੋ, ਤੜਕੇ ਨੂੰ ਠੀਕ ਹੋ ਜਾਣਾ, ਸਵੇਰੇ ਨੂੰ ਲੋਟ ਹੋ ਜਾਣਾ। ਉੱਥੇ ਫਿਰ ਸਾਧ ਸੰਗਤ ਸਵੇਰੇ ਨੂੰ ਠੀਕ ਦਾ ਕੀ ਹੋਣਾ ਸੀ, ਵੱਧ ਗਿਆ, ਜ਼ਖਮ ਹੋ ਗਿਆ। ਪਰ ਹੱਥਾਂ ਦੀਆਂ ਪੈ ਗਈਆਂ ਸਿੰਘਾਂ ਨੂੰ, ਭਿੰਗਮਾਂ ਨੂੰ। ਮਹਾਰਾਜ ਜੀ ਇਹ ਖੇਡ ਕੀ ਵਾਪਰ ਗਈ, ਇਹ ਦੁਖਾਂਤ ਕਿਉਂ ਆ ਗਿਆ ਤੁਹਾਡੇ ਸਰੀਰ ਤੇ? ਕਹਿੰਦੇ ਭਾਈ ਇਹ ਰਾਜੇ ਰਾਣਿਆਂ ਤੇ ਆਇਆ, ਪੀਰਾਂ ਪਿਕੰਬਰਾਂ ਔਲੀਆਂ ਤੇ ਆਇਆ। ਰਾਣਾ ਰੋ ਨਾਗੂ ਰਹੇ, ਰੰਗ ਨਾ ਤੁੰਗ ਬਖੀਰ। ਇੱਥੇ ਨਾ ਕੋਈ ਸਾਧੂ, ਨਾ ਕੋਈ ਬਖੀਰ, ਨਾ ਕੋਈ ਰਾਣਾ, ਨਾ ਕੋਈ ਰਾਜਾ, ਨਾ ਕੋਈ ਧਨੀ। ਸਭ ਚਲੇ ਗਏ ਦੁਨੀਆ ਤੋਂ, ਸੰਸਾਰ ਤੋਂ। ਬਾਬਾ ਫਰੀਦ ਜੀ ਬੈਠੇ ਸੀ ਕਬਰਾਂ 'ਚ। ਕੱਲ੍ਹ ਵੀ ਸ਼ਾਇਦ ਆਪਾਂ ਗੱਲ ਕੀਤੀ। ਕੋਈ ਸਾਹੂਕਾਰ ਪੁੱਛਦਾ, ਬਾਬਾ ਜੀ ਆ ਰਸਤਾ ਫਲਾਣੀ ਜਗ੍ਹਾ ਨੂੰ ਜਾਵੇਗਾ? ਕਹਿੰਦੇ ਹਾਂ ਇਹੀ ਜਾਵੇਗਾ, ਇਹੀ ਜਾਵੇਗਾ, ਇਹੀ ਜਾਵੇਗਾ। 12 ਕੋਹ ਤੁਰੇ ਗਏ, ਮੀਲ ਤੁਰੇ ਗਏ, ਤਾਂ ਦੋਏ ਪਾਸੇ ਕਬਰਾਂ ਹੀ ਕਬਰਾਂ ਨੇ। ਸਦਾਈ ਸੀ ਮੁੜਿਆ ਆਇਆ, ਕਹਿੰਦਾ ਸਾਦਾ ਤੇ ਮੈਨੂੰ ਪੁੱਠੇ ਰਸਤੇ ਤੋਰਿਆ ਤੇ ਤੈਨੂੰ ਮੈਂ ਦੱਸਦਾ ਵੀ ਕਿਵੇਂ ਤੋਰੀ। ਕਿਉਂਕਿ ਭੁੱਲ ਸੀ, ਮਰਨਾ ਭੁੱਲਿਆ ਹੋਇਆ ਸੀ। ਕਿਉਂਕਿ ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਸੰਤ ਜੀ ਮਹਾਰਾਜ ਸਿੱਧ ਸਰ ਸੇਵੜਾ ਸਾਹਿਬ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਇਹ ਵਚਨ ਸੁਣਾਉਂਦੇ ਨੇ। ਕਿਉਂਕਿ ਜਿਹਦੀ ਚੀਜ਼ ਬੋਲਣੀ ਹੈ ਉਹਦਾ ਨਾਂ ਲੈ ਕੇ ਬੋਲੋ, ਡਰ ਕਾਹਦਾ ਹੈ? ਚੋਰ ਕਿਹਦੇ ਵਜਾਂਗੇ? ਮਹਾਰਾਜ ਕਹਿੰਦੇ ਓਏ ਕੋਈ ਧਾਰਨਾ ਵੀ ਪੜ੍ਹਨੀ ਹੈ, ਨਾਂ ਲੈ ਕੇ ਬੋਲਿਆ ਕਰੋ। ਨਹੀਂ ਚੋਰ ਵਜੋਗੇ, ਚੋਰ ਇੱਥੇ ਵੀ ਤੇ ਉੱਥੇ ਵੀ। ਫੜਦਾ ਲੈਣੀ ਹੈ, ਸਿਵੜੇ ਆਏ ਨੇ ਬੋਲੋ ਸਤਿਨਾਮ। ਇਸ ਤਰ੍ਹਾਂ ਕਰਕੇ ਮਹਾਂਪੁਰਖ ਬੜੇ ਪਿਆਰ 'ਚ ਕਹਿੰਦੇ ਉਹ ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਮਰਨਾ ਵਿਸਾਰ। ਬਾਬਾ ਝੂਠੇ ਲਾਲਚਾਂ ਦੇ ਵਿੱਚ
ਝੂਠੇ ਲਾਲਚਾਂ ਦੇ ਵਿੱਚ ਲੱਗ ਕੇ, ਲਾਲਚਾਂ ਦੇ ਵਿੱਚ ਲੱਗ ਕੇ ਮਰਨੇ ਨੂੰ ਭੁੱਲ ਗਿਆ ਗਾਫਲਾ। ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਮਰਨੇ ਨੂੰ ਭੁੱਲ ਗਿਆ ਗਾਫਲਾ ਵੇ। ਝੂਠੇ ਲਾਲਚਾਂ ਦੇ ਵਿੱਚ ਵਸ ਕਿਰਪਾ ਕਰਿਆ ਕਰੋ ਸਾਰੇ। ਨੂੰ ਭੁੱਲ ਗਏ ਗਾਫਲਾ। ਝੂਠੇ ਲਾਲਚਾਂ ਦੇ ਵਿੱਚ ਵਸ ਕੇ ਮਰਨੇ ਨੂੰ ਭੁੱਲ ਗਏ ਗਾਫਲਾ। ਉਹ ਮਰਨੇ ਨੂੰ ਜੀ ਤੂੰ ਤਾਂ ਭੁੱਲ ਗਿਆ ਗਾਫਲਾ। ਮਰਨੇ ਨੂੰ ਜੀ ਭੁੱਲ ਗਿਆ ਗਾਫਲਾ। ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਮਰਨੇ ਨੂੰ ਭੁੱਲ ਗਏ ਗਾਫਲਾ। ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਮਰਨੇ ਨੂੰ ਭੁੱਲ ਗਏ ਗਾਫਲਾ। ਝੂਠੇ ਲਾਲਚ ਲੱਗ ਗਏ ਨੇ ਮਰਨ ਬਚਾਨਾ। ਝੂਠੇ ਲਾਲਚ ਵਿੱਚ ਪੈ ਗਿਆ ਨੇ ਮਰਨਾ ਯਾਦ ਹੀ ਨਹੀਂ ਰਿਹਾ। ਦਿਨ ਪਰ ਦਿਨ ਕਮਾਈਆਂ ਵਿੱਚ, ਧੰਦਿਆਂ ਵਿੱਚ, ਗਫਲਤਾਈ ਦੀ ਨੀਂਦ ਵਿੱਚ ਸੁੱਤਾ ਰਿਹਾ। ਵਾਹਿਗੁਰੂ ਦੀ ਨਿਰੰਕਾਰ ਦੀ ਵਡਿਆਈ ਕਰਨੀ ਭੁੱਲ ਗਿਆ। ਆਓ ਗੱਲ ਚੱਲੀ ਸੀ ਇੱਕ ਦਿਨ ਮਹਿੰਦੇ ਸਤਿਗੁਰ ਪਾਤਸ਼ਾਹ ਮੈਂ ਪ੍ਰੇਮ ਸਿਰਾਹੀ। ਜਿਹਨੇ ਪ੍ਰੇਮ ਦੀ ਸਿਰਾਹੀ ਪੀ ਲਈ ਜਾਂ ਕਿਸੇ ਫਕਰ ਫਕੀਰ ਕੋਲੋਂ ਫਕੀਰੀ ਦਾ ਆਨੰਦ ਲੈ ਲਿਆ, ਉਹ ਕਹੂਗਾ ਵੀ ਮੈਂ ਮੌਤ ਨੂੰ ਅਪਣਾਉਣਾ, ਗਲ ਬੱਕੜੀ ਪਾ ਕੇ ਮਿਲਣੇ, ਮੈਨੂੰ ਡਰ ਨਹੀਂ ਮੌਤ ਦਾ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਬੜੇ ਪਿਆਰ ਚ ਕਹਿੰਦੇ ਨੇ, ਭਾਗ ਸਾਡੇ ਲਿਖੀ ਫਕੀਰੀ ਤਿਸ ਮਸਤਕ ਕਰ ਦਿੱਤੀ। ਫਕੀਰੀ ਦਾ ਆਨੰਦ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਮਾਂ ਨੇ ਹੁਕਮ ਲਾਤਾ, ਪੁੱਤ ਅੱਗ ਮਚਾ ਲੈ, ਮੈਂ ਤੇ ਆਟਾ ਗੁੰਨ ਲੈਂਦੀ ਹਾਂ, ਪ੍ਰਸਾਦੇ ਪਕਾ ਕੇ ਤੈਨੂੰ ਸਿਖਾਵਾਂਗੀ, ਤੇਰਾ ਪਿਓ ਤੇਰੇ ਹੋਰ ਭਰਾ ਪਰਿਵਾਰ ਛਕ ਲਵੇਗਾ, ਤੂੰ ਅੱਗ ਮਚਾ ਲੈ। ਬੁੱਢਾ ਜੀ ਬਾਬਾ ਬੁੱਢਾ ਕਰਕੇ ਨਾਮ ਸੀ, ਪਹਿਲਾ ਨਾਮ ਬੁੱਢਾ ਕਰਕੇ ਬੁੱਢਾ। ਪਤਾ ਨਹੀਂ ਸੀ ਵੀ ਅੱਗ ਦੀ ਮਚਾਉਣ ਦੀ ਵਿਧੀ ਕੀ ਹੈ, ਕਿੱਦਾਂ ਮਚਾਉਣੀ ਹੈ। ਮੋਟੀਆਂ ਮੋਟੀਆਂ ਲੱਕੜਾਂ ਲਾ ਲਈਆਂ, ਚੁੱਲ੍ਹਾ ਭਰ ਲਿਆ, ਗੋਹਾ ਰੱਖ ਕੇ ਵਿੱਚ ਫੂਕਾਂ ਲੱਗ ਗਿਆ ਮਾਰਨ, ਘਰ ਵਿੱਚ ਧੂੰਈ ਧੂੰਆਂ ਹੋ ਗਿਆ। ਮਾਤਾ ਨੇ ਆਟਾ ਵੀ ਗੁੰਨ ਲਿਆ, ਤਵਾ ਵੀ ਧੋ ਲਿਆ, ਸਾਰੀ ਸਮੱਗਰੀ ਤਿਆਰ ਕਰਕੇ ਕੋਲ ਰੱਖ ਲਈ। ਉੱਥੇ ਕੀ ਬਣਿਆ, ਅੱਗ ਮੱਚੀ ਨਹੀਂ। ਮਾਂ ਨੇ ਆਗੇ ਵੇ ਬੁੜਿਆ ਅੱਗ ਨਹੀਂ ਮੱਚੀ ਤੇ ਤੋਂ ਕਹਿੰਦਾ ਮਾਤਾ ਜੀ ਮੱਚੀ।
ਦੇਖ ਕੇ ਚੁੱਲ੍ਹੇ ਦਾ ਹਾਲ, ਅੱਗ ਚੁੱਲ੍ਹੇ ਨੂੰ ਤਾਂ ਬੇਟਾ ਸਾਹ ਨਹੀਂ ਆ ਰਿਹਾ, ਇੰਨੀਆਂ ਇੰਨੀਆਂ ਮੋਟੀਆਂ ਲੱਕੜਾਂ ਲਾ ਕੇ ਕਿਵੇਂ ਅੱਗ ਬਚਾਵੇਂਗਾ। ਉੱਥੇ ਫਿਰ ਮਾਤਾ ਜੀ ਮੈਨੂੰ ਪਤਾ ਨਹੀਂ, ਮੇਰੀ ਭੁੱਲ ਮਾਫ ਕਰ ਦਿਓ, ਮੈਂ ਕਿਤੇ ਅੱਗ ਨਹੀਂ ਸੀ ਬਚਾਈ। ਹੁਣ ਜਿਹੜੇ ਅੱਜ ਵਾਲੇ ਜੰਮੇ ਨੇ ਕਿਤੇ ਕਹਿ ਦੇਣਗੇ ਵੀ ਮਾਤਾ ਜੀ ਮੈਨੂੰ ਭੁੱਲ, ਮੇਰੀ ਮਾਫੀ ਦੇ ਦਿਓ। ਅੱਜ ਵਾਲੇ ਤਾਂ ਮਾਂ ਪਿਓ ਦੇ ਬਾਲੇ ਭਾਵੇਂ ਕੱਢ ਦੇਣ, ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਚੁੱਲ੍ਹੇ ਤੇ ਜਾ ਕੇ ਬਾਹਰ ਭਾਵੇਂ ਮਾਰਨ, ਮਾਫੀ ਨਹੀਂ ਮੰਗਦੇ। ਉਹਦਾ ਬਾਬਾ ਬੁੱਢਾ ਜੀ ਹੋਰਾਂ ਦੀ ਟਾਈਮ ਦੀ ਉਹ ਇਹ ਚੀਜ਼ਾਂ ਨੂੰ, ਇਹ ਚੀਜ਼ਾਂ ਦੀ ਗੁੰਜਾਇਸ਼ ਲੈ ਕੇ ਪੱਲੇ ਬੰਨ੍ਹ। ਹੁਣ ਸਮਾਂ ਬੜਾ ਮਾੜਾ ਹੈ। ਮੈਂ ਹਰ ਵੇਲੇ ਬੇਨਤੀ ਕਰੀਦਾ ਨੇ ਕਿ ਅੱਜ ਮਾਂ ਪਿਓ ਦਾ ਸਤਿਕਾਰ, ਪਿਆਰ ਕਿਉਂ ਘਟਦਾ ਜਾ ਰਿਹਾ। ਮਾਂ ਪਿਓ ਦੇ ਜੰਮੇ ਹੋਏ ਅੱਜ ਇੰਨੇ ਨਿਰਮੋਹੇ ਕਿਉਂ ਹੋ ਗਏ। ਅੱਜ ਮਾਂ ਪਿਓ ਨੂੰ ਬਿਰਧ ਆਸ਼ਰਮ ਕਿਉਂ ਦੇਖਣੇ ਪਏ ਜਾ ਰਹੇ ਨੇ। ਹੁਣ ਅਸੀਂ ਉਹ ਤਾਂ ਅਸੀਂ ਆਪਣੀ ਬਹਾਦਰੀ ਗਿਣਦੇ ਹਾਂ, ਅਸੀਂ ਪੰਜਾਬ ਵਾਲੇ ਵੀ ਫਲਾਣੀ ਜਗ੍ਹਾ ਤੇ ਬਿਰਧ ਆਸ਼ਰਮ ਬਣ ਗਿਆ, ਫਲਾਣੀ ਜਗ੍ਹਾ ਤੇ ਅਨਾਥ ਆਸ਼ਰਮ ਬਣ ਗਿਆ, ਪਰ ਹੈ ਸਾਡੇ ਮੱਥੇ ਤੇ ਕਲੰਕੀ, ਸਾਡੀ ਨਲਾਇਕੀ ਦੀ ਪ੍ਰਤੀਕ ਹੈ। ਜੇ ਹੁਣ ਮਾਂ ਪਿਓ ਨੂੰ ਕਰਾਂ ਕੱਢਾਂਗੇ ਤਾਂ ਉਹਨਾਂ ਨੂੰ ਤਾਂ ਕੋਈ ਸਾਂਭਣ ਵਾਲਾ ਹੋਊਗੀ ਨਾ ਗਾਹਾਂ। ਜੇ ਤੁਸੀਂ ਨਹੀਂ ਸਾਂਭੋਗੇ ਤਾਂ ਰੱਬ ਨੇ ਡਿਊਟੀ ਲਾਈ ਹੈ। ਬਾਬਾ ਸਿਰਾ ਸਿੰਘ ਜੀ ਵਰਗੇ ਜਿਹੜੇ ਰੋਜ਼ ਕਿਤੇ ਦਰੋਗੇਵਾਲ ਤੋਂ, ਕਿਤੇ ਵਰੜਵਾਲ ਤੋਂ, ਕਿਤੇ ਬੱਚੇ ਚੰਦਪੁਰੇ ਤੋਂ ਹੌਸਪੀਟਲ ਤੱਕ ਲੰਗਰ ਲੈ ਕੇ ਜਾਣਾ, ਪਿੰਗਲਵਾੜੇ ਤੱਕ ਲੰਗਰ ਲੈ ਕੇ ਜਾਣਾ ਹੈ, ਇਹ ਰੱਬ ਦੇ ਭੇਜੇ ਹੋਏ ਨੇ। ਇੱਥੇ ਬਾਣੀ ਕਹਿੰਦੀ ਹੈ ਕਿ ਭਾਈ ਜਿਹਦਾ ਕੋਈ ਜਹਾਨ ਤੇ ਨਹੀਂ, ਜਿਸ ਮਾਂ ਪਿਓ ਦਾ ਪਿਓ, ਮਾਂ ਪਿਓ ਦੀ ਧੀ ਨਹੀਂ, ਕੋਈ ਪੁੱਤਰ ਨਹੀਂ, ਤਾਂ ਉਹਦਾ ਰੱਬ ਹੈ, ਉਹਦਾ ਪਰਮੇਸ਼ਰ ਹੈ। ਉਹ ਪਰਮੇਸ਼ਰ ਹੈ ਉਹਦਾ। ਉਹ ਚਿੰਤਾ ਨਾ ਕਰੇ, ਉਹ ਪਰਵਾਹ ਨਾ ਕਰੇ, ਉਹ ਚੁੱਪ ਕਰਕੇ ਕਿਸੇ ਸਾਧੂ ਦੇ ਲੜ ਲੱਗ ਜੇ, ਕਿਸੇ ਗੁਰਮੁਖ ਨੂੰ ਬਾਹ ਫੜਾ ਦੇ ਆਪਣੀ। ਇਸ ਕਰਕੇ ਸਾਨੂੰ ਗੁਰਬਾਣੀ ਕਹਿੰਦੀ ਹੈ, ਉਹ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਕਰੋ ਭੈਣੋ ਕਿਰਪਾ, ਬਹੁਤ ਗਿਣਤੀ ਹੈ ਤੁਹਾਡੀ ਭਾਈ, ਬੋਲਣ ਦੀ ਆਵਾਜ਼ ਘੱਟ ਆ ਰਹੀ ਹੈ, ਪਰ ਸਾਧੂਆਂ ਦੇ ਲੜ ਲੱਗ ਜੇ। ਉਹੀ ਦਾ ਹੋਵੇ ਨਾ ਜਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜਿਹਦਾ ਹੋਵੇ ਨਾ ਜਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜਿਹਦਾ ਹੋਵੇ ਨਾ ਜਹਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜਿਹਦਾ ਹੋਵੇ ਨਾ ਜਹਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਸਾਧੂਆਂ ਦੇ ਲੜ ਲੱਗ ਜੇ। ਸਾਧੂਆਂ ਦੇ ਜੀ ਲੜ ਲੱਗ ਜੇ। ਸਾਧੂਆਂ ਦੇ ਜੀ ਪਿਆਰੇ ਲੜ ਲੱਗ ਜੇ। ਸਾਧੂਆਂ ਦੇ ਜੀ ਲੜ
ਰਾਗ ਹੋਵੇ ਨਾ ਜਹਾਨ ਉੱਤੇ ਕੋਈ, ਸਾਧੂਆਂ ਦੇ ਲੜ ਲੱਗ ਜੇ। ਸੀਤਾ ਹੋਵੇ ਨਾ ਜਹਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਸੀਤਾ ਹੋਵੇ ਨਾ ਜਹਾਨ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜਿਹਦਾ ਕੋਈ ਜਗਤ ਵਿੱਚ ਨਹੀਂ ਹੈ, ਜਹਾਨ ਵਿੱਚ ਨਹੀਂ ਹੈ, ਦੁਨੀਆ ਤੇ ਨਹੀਂ ਹੈ ਗੁਰਮੁਖੋ, ਉਹਦੇ ਸਾਧੂ ਨੇ, ਗੁਰੂ ਹੈ। ਗੁਰੂ ਜੀ ਦੀ ਬਾਂਹ ਪਕੜ ਲਈ ਫਿਰ ਗੁਰਮੁਖੋ, ਉਹਨੂੰ ਹੋਰ ਕਿਸੇ ਨੂੰ ਬਾਂਹ ਪਕੜਾਉਣ ਦੀ ਲੋੜ ਨਹੀਂ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਏਦਾਂ ਫੋਕੇ ਰਿਸ਼ਤੇ ਨੇ। ਇਹ ਤਾਂ ਜੇਬ ਦੇਖਦੇ ਨੇ ਬੁੜੇ ਦੀ ਵੀ ਕਿੰਨਾ ਕੁ ਚਿਰ ਗਰਮ ਹੈ। ਜਦ ਨਿਕਲ ਗਿਆ ਸਭ ਕੁਝ ਫਿਰ ਕਹਿੰਦੇ ਨੇ ਵੀ ਹੁਣ ਤੂੰ ਜਾ ਬਾਪੂ, ਤੇ ਤੂੰ ਕਰਾਉਣਾ ਕੀ ਹੈ। ਪਰ ਗੁਰੂ ਨੂੰ ਮਾਇਆ ਦਿਓ ਜਾਂ ਨਾ ਦਿਓ, ਗੁਰੂ ਸਦਾ ਹੀ ਪ੍ਰੇਮ ਕਰਦਾ ਹੈ। ਗੁਰੂ ਸਦਾ ਹੀ ਆਨੰਦ 'ਚ ਹੈ, ਵਿਰਾਗ 'ਚ ਹੈ। ਗੁਰੂ ਜਿਹੜਾ ਸੇਵਕ ਕੋਈ ਗੁਰੂ ਦਾ ਬਣ ਗਿਆ ਨਾ, ਫਿਰ ਗੁਰੂ ਵੀ ਨਿਭਾਉਂਦਾ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਸਿੱਖਾਂ ਨਾਲ ਨਿਭਾਉਂਦੇ ਨੇ, ਕਿੰਨੇ ਗੁਰਮੁਖਾਂ ਨਾਲ ਨਿਭਾਉਂਦੇ ਨੇ। ਜਿਵੇਂ ਭੀਮ ਚੰਦ ਕਹਿਲੂਰੀਏ ਦਾ ਵਜ਼ੀਰ ਸੀ ਦੇਵੀ ਚੰਦ। ਦੇਵੀ ਚੰਦ ਨੂੰ ਕਹਿਲੂਰੀਏ ਨੇ ਭੇਜਿਆ ਸੀ। ਇੱਕ ਦਿਨ ਅਨੰਦਪੁਰ ਸਾਹਿਬ ਦੇ ਕੋਲ ਦੀ ਲੰਘਿਆ ਭੀਮ ਚੰਦ। ਮੇਰੇ ਸਤਿਗੁਰਾਂ ਦੀ ਕਲਗੀ ਦੇਖ ਕੇ, ਮੇਰੇ ਸਤਿਗੁਰਾਂ ਦੇ ਚੰਦਨ ਦੀ ਚੌਕੀ ਦੇਖ ਕੇ, ਮੇਰੇ ਸਤਿਗੁਰਾਂ ਦੇ ਉੱਪਰ ਸ਼ੋਭ ਰਿਹਾ ਚੰਦੋਆ, ਚੌਰ ਪ੍ਰਸਾਦੀ ਹਾਥੀ ਖੜਾ ਹੈ। ਪਰ ਭੀਮ ਚੰਦ ਨੂੰ ਸਣੇ ਕੱਪੜੀ ਅੱਗ ਲੱਗ ਗਈ ਵੀ ਆਹ ਚੀਜ਼ਾਂ ਤਾਂ ਉਹ ਸਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ, ਆ ਵਕੀਲਾਂ ਕੋਲੇ ਕਿੱਥੋਂ ਆ ਗਈਆਂ? ਆ ਵਕੀਲਾਂ ਨੂੰ ਕੌਣ ਦੇ ਗਿਆ? ਬਾਜਾ ਵਾਲੇ ਦੇ ਸਿਰ ਉੱਪਰ ਜਿਹੜੀ ਕਲਗੀ ਸ਼ੋਭਦੀ ਸੀ, ਬੜੇ ਆਨੰਦਮਈ ਸੀ। ਰਤਨ ਰਾਏ, ਰਾਜਾ ਰਤਨ ਰਾਏ ਗੁਰਮੁਖੋ, ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਰਿਆ ਸੀ ਕਿ ਭਾਈ ਤੇਰੇ ਬਾਲਕ ਹੋਵੇਗਾ, ਆ ਲੈ ਅਸੀਂ ਛਾਪ ਲਾਉਣੇ ਆ, ਨਿਸ਼ਾਨੀ ਲਾਉਣੇ ਆ। ਇਹ ਨਿਸ਼ਾਨੀ ਤੇਰੇ ਪੁੱਤਰ ਦੇ ਵੀ ਗਾਹਾਂ ਹੋਵੇਗੀ। ਫਿਰ ਇੱਕ ਦਿਨ ਮਾਤਾ ਨੂੰ ਪੁੱਛਦਾ ਹੈ ਉਹ ਬਾਲਕਾ, ਪੱਗ ਬੰਨਦਾ ਬੰਨਦਾ, ਕੇਸ ਬਾਹੁੰਦਾ ਬਾਹੁੰਦਾ, ਦਸਤਾਰ ਬਾਹੁੰਦਾ ਬਾਹੁੰਦਾ, ਤੇ ਸਾਧ ਸੰਗਤ ਹੱਥ ਲਾਗੇ ਦੇਖਦਾ ਵੀ ਮੇਰੇ ਕਿਤੇ ਨਿਆਣੇ ਹੁੰਦੇ ਤੇ ਕੋਈ ਚੋਟ, ਕੋਈ ਸੱਟ ਤਾਂ ਨਹੀਂ ਆਈ। ਮਾਤਾ ਆ ਮੇਰੇ ਕੋਈ ਨਿਆਣੇ ਹੁੰਦੇ ਤੇ ਚੋਟ ਆਈ ਹੈ, ਦਾਗ ਕਾਹਦਾ? ਉਹਨੂੰ ਪਤਾ ਨਹੀਂ ਸੀ ਉਹ ਦਾਗ ਹੀ ਦੱਸਦਾ ਸੀ ਕਿ ਮੇਰੇ ਦਾਗ ਹੈ। ਪਰ ਮਾਂ ਕਹਿਣ ਲੱਗੀ ਪੁੱਤਰ ਦਾਗ ਨਹੀਂ, ਇਹ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਸ਼ਾਨੀ ਹੈ। ਤੇਰੇ ਪਿਤਾ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਪੁੱਤਰ ਆਵੇਗਾ, ਆ ਲੈ ਤੇਰੇ ਮੱਥੇ 'ਚ ਮੋਹਰ ਲਾਉਣੇ ਆ, ਤੇ ਇਹ ਮੋਹਰ ਦੀ ਨਿਸ਼ਾਨੀ ਤੇਰੇ ਪੁੱਤਰ ਦੇ ਵੀ ਹੋਵੇਗੀ। ਮਾਤਾ ਜੀ ਫਿਰ ਗੁਰੂ ਤੇਗ ਬਹਾਦਰ ਕਿੱਥੇ ਨੇ ਹੁਣ? ਮਾਤਾ ਜੀ ਮੈਂ ਦਰਸ਼ਨ ਤਾਂ ਕਰ ਲਵਾਂ। ਮਾਤਾ ਜੀ ਕਹਿਣ ਲੱਗੇ ਬੇਟਾ ਗੁਰੂ ਤੇਗ ਬਹਾਦਰ ਜੀ ਤਾਂ ਹੁਣ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ। ਪਰ ਉਹਨਾਂ ਦੇ ਸੁਪੁੱਤਰ ਸਾਹਿਬਜ਼ਾਦੇ ਹਨ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ। ਅਨੰਦਪੁਰ ਸਾਹਿਬ ਵਾਸਾ ਉਹਨਾਂ ਦਾ। ਮਾਤਾ ਜੀ ਚਲੋ ਉਹਨਾਂ ਦੇ ਦਰਸ਼ਨ ਕਰਕੇ ਆਈਏ। ਫਿਰ ਉਹ ਬਾਲਕੇ ਨੇ 5 ਚੀਜ਼ਾਂ ਗੁਰੂ ਨੂੰ ਭੇਟ ਕੀਤੀਆਂ। 5 ਕਲਾ ਸ਼ਸਤਰ, ਚੰਦੋਆ, ਚੰਦਨ ਦੀ ਚੌਕੀ, ਪ੍ਰਸਾਦੀ ਹਾਥੀ, ਚੌਰ। ਇਹ ਚੀਜ਼ਾਂ ਫਿਰ ਮੇਰੇ ਸਤਿਗੁਰੂ ਦੇ ਸੁਭਾਏਵਾਨ ਹੁੰਦੀਆਂ ਸੀ। ਫਿਰ ਰਾਜੇ ਵੀ ਨੀਵੀਆਂ ਪਾਪਾ ਲੰਘਦੇ ਹੁੰਦੇ।
ਮਹਾਂਪੁਰ ਕਹਿੰਦੇ ਹੁੰਦੇ, ਤੇਰੀ ਕਲਗੀ ਦੀ ਸ਼ਾਨ ਨਿਰਾਲੀ, ਦਰਸ਼ਨ ਕਰਕੇ ਚੁਗਦੇ ਬਾਦਸ਼ਾਹ, ਕਲਗੀ ਦੀ ਸ਼ਾਨ ਨਿਰਾਲੀ, ਦਰਸ਼ਨ ਕਰਕੇ ਚੁਗਦੇ ਬਾਦਸ਼ਾਹ। ਕਰੋ ਕਿਰਪਾ ਭਾਈ। ਕਲਗੀ ਦੀ ਸ਼ਾਨ ਨਿਰਾਲੀ, ਸ਼ਾਨ ਨਿਰਾਲੀ, ਦਰਸ਼ਨ ਕਰਕੇ ਝੁਕਦੇ ਬਾਦਸ਼ਾਹ, ਤੇਰੀ ਕਲਗੀ ਦੀ ਸ਼ਾਨ ਨਿਰਾਲੀ, ਦਰਸ਼ਨ ਕਰਕੇ ਝੁਕਦੇ ਬਾਦਸ਼ਾਹ। ਵਾਹ ਬਈ ਵਾਹ। ਬੀਬੀਓ ਲਾਹਾ ਲਿਆ ਕਰੋ, ਤੁਸੀਂ ਦੀਵਾਨ ਤਾਂ ਬਹੁਤ ਸੁਣਦੇ ਹੋ ਮਹਾਂਪੁਰਸ਼ਾਂ ਦੇ। ਯਾਰੇ ਜੀ ਦਰਸ਼ਨ ਕਰਕੇ ਚੁਗਦੇ ਬਾਦਸ਼ਾਹ, ਯਾਰੇ ਜੀ ਦਰਸ਼ਨ ਕਰਕੇ ਚੁਗਦੇ ਬਾਦਸ਼ਾਹ। ਕਲਗੀ ਦੀ ਸ਼ਾਨ ਨਿਰਾਲੀ, ਦਰਸ਼ਨ ਕਰਕੇ ਚੁਗਦੇ ਬਾਦਸ਼ਾਹ, ਕਲਗੀ ਦੀ ਸ਼ਾਨ ਨਿਰਾਲੀ, ਦਰਸ਼ਨ ਕਰਕੇ ਚੁਗਦੇ ਬਾਦਸ਼ਾਹ। ਦਰਸ਼ਨ ਕਰਕੇ ਵਾਹ ਬਈ ਵਾਹ। ऐसी जान ऐसी शान सी गुरु कलगीधर दे कलगी दी कि बादशाह भी झुकदे सी, नीवियां पाउंदे सी। बोलो सतनाम श्री वाहिगुरू। भीमचंद कहलूरीए ने देखिया भी ये वस्तुआं फकीरां दे योग नहीं हन, ये तां साडे वर्गे जब तख्तां ते बैठे होइए ना, ये साडे वर्गियां दे शोभदियां ने। जानसार अपना वजीर बुलाया देवी चंद, देवी चंद जा मेरे लड़के की शादी तो पहला पहला गुरु कलगीधर महाराज जी दे जिहड़ियां वस्तुआं शोभदियां ने वो मंग के लिया। आपां बहाना बना के ब्याह दा बहाना बना के ले आउने आ, पर जब मंगणगे फिर आप किहड़ा देनियां ने ना। उहदे कोले ताकत भी आपां तो लै जानी है, पर ताकत बारे जानदा नहीं भी दशमेश कोले ताकत की है, बाजा वालियां कोले खेड़ की है। पर कलगियां वाले बाजा वाले उन्हां बारे तो वो सेवक ही जान सकते हैं, जिन्हों ने कुछ पाया हुआ है, जिन्हों की कोई सरद है, जिन्हों की कोई भावना है। मनमुख लोग नहीं जानते गुरु की शक्ति वास्ते, गुरु की भगती वास्ते नहीं जानते।
पर देवी चंद चक्के चुकाया आ गया। पर जो कलंगी की शान देखी, मेरे सतगुरां दे चरनां दे शीश धरिया। मेरे सतगुरां ने अपना हस्त कमल लाए कंड ते रखिया ते ना लेके बुलाया, कहते किवें आ देवी चंदा, किद्दां आया, बोलो सतनाम। श्री वाहिगुरू। बस फिर की खेड़ वरतनी सी। फिर तो वही गल हुई ना, बाबा फरीद जी कहते सब जग तेरे ही खो जा। एक देवी चंद की इत्थे तां कलंगियां वाले ने सारा जहान ही अपना बना रखे है। अज कौन बाहर है कलगीधर तो? अज कौन है बाहर? कोई बाहर नहीं है। सब जग तेरे ही हो जावे, सब जग तेरे ही हो जावे। जग तेरा हो जावे, सब जग तेरा हो जावे। तेरा हो जावे। ये तू अपना आप सुधारी, ये तू अपना आप सुधारी। ये तू अपना आप सवारी, ये तू अपना आप सवारी। आप सवारी। अब जग तेरे ही हो जावे, तेरी हो जावे। तेरा ही हो जावे, तेरा ही हो जावे। तेरा ही हो जावे। आप सुधारे मैं मिला, मैं मिलिया सुख मोए। ये तू मेरा होए रहे, सब अब जग तेरा होए। भगवान गुरु कहंदा जे तू कदे सिखा आप सवार के तू मेरा हो जावे, मेरे होण दे नाल ही सारा जगत तेरा बन जावेगा। सारा सत्कार संसार जहान तेरे सत्कार विच जुड़ जावेगा। देवी चंद ने गुरु के चरना ते शीश रखिया। मेरे सतगुरां ने हस्त कमल कंड ते रखिया। निहाल हो गया, भुल गया कि मैनू भीम चंद ने की कहा सी। काफी समय बाद होश आई, काफी समय बाद गुरमुखो सोझी आई भी सोचदा मना तेनू तां की करन भेजा सी, तू तां कुछ होरे बन गया। पर फिर गुरु दे दर्शन करके गुरु दे हो गया। बाहर चलिया गया, जाके थोड़ा जा कांत बह के एक पत्रिका लिखदा भीम चंद, आया तो मैं तेरा वफादार बन के सी, पर हुण की करा, हुण मैं कलगीधर दी वफादार बन के रह गया। हुण इस तों बाद मैनू किसी भीम चंद दी किसी राजे दी लोड़ नहीं। मैनू मिल गया दुनिया दा राजा, संसार दा, जिहदे मत्थे दा जलाल, जिहदे नेत्रां दा जलाल देख के मैनू आनंद आ गया। हुण मैं वो राजे दे दर्शन करके, मैनू इन्हां दे दर्शन करके कोई होर झाक नहीं रखी। मैं तां कलगीधर दी बन गया। पत्रिका लिख दी, भेजदा कोई अपने जान पछाण वाला बंदा भी जाओ दे दिओ जाके रात दरबार च भी हुण भीम चंद देवी चंद नहीं आ सकदा। उदों तक किरपा हो गई मेरे सतगुरां दी, क्योंकि महाराज सच्चे पातशाह ने तां बड़े बड़े अपराधी पापी भी अपने बस कर गए। आपां क्यों नहीं बस होवांगे, पर अपनी हजे अंदरों हालत नहीं बनी, अपनी हजे बिरती नहीं बनी गुरु वाले बनने दी। क्योंकि जब गुरु वाले बनने दी अंदर आस बन गई, भावना बन गई ना, फिर महापुरुषों को कहोगे जी पंज प्यारे बुला के सानू अंबर छकाओ, असीं गुरु वाले बन जाइए। हजे तो किसी को कह दिए बाजी एक मुंडा ब्याहण वाला रह गया, तो फिर कहाँ वाले साल पोती ब्याहण वाली रहेगी, उदू अगले साल कहाँ फिर पोतियां दे जन्मे हुए ब्याहण वाले रह गए। बोलो सतनाम। श्री वाहिगुरू। सारी उम्र ही लंघ जाती है, ब्याहदा ब्याहदा ही तुर जाता है।
ਬਿਰਕਾਲ ਦਾ ਡੰਡਾ, ਇੱਕ ਦੋ ਸੇਵਾਦਾਰ ਪਹਿਰੇ ਤੇ ਹੋ ਜਾਓ, ਕਿਉਂਕਿ ਬੱਚਿਆਂ ਨੇ ਆਪਣਾ ਕੰਮ ਸ਼ੁਰੂ ਕਰਿਆ ਹੋਇਆ ਹੈ। ਅੱਗੇ ਤੋੜ ਦਿਓ ਸਾਰਾ ਇਹਨਾਂ ਨੂੰ, ਕਿਉਂਕਿ ਭਾਈ ਗਾਹਾਂ ਖੇਡ ਲਓ ਥੋੜ੍ਹਾ ਜਿਹਾ ਕਹਿ ਕੇ। ਕਿਉਂਕਿ ਪਹਿਲਾ ਲਾਇਆ ਗੁਰਦੋਤ ਸਿੰਘ, ਇੱਧਰ ਵੀ ਲੰਗਰ ਕਿੰਨੀ ਵੀ ਬੇਨਤੀ ਕਰ ਦਿਓ ਸਾਰੇ ਪਿਆਰ ਦੇ ਨਾਲ, ਕਿਉਂਕਿ ਇਹ ਤਾਂ ਸ਼ਾਂਤੀ ਦੀ ਵਿਸ਼ਾ ਹੈ ਦੀਵਾਨ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਾਂ ਬਖਸ਼ਿਆ, ਇੱਕ ਦਿਨ ਤੁਹਾਡਾ ਹੋਰ ਬਾਕੀ ਹੈ, ਨਹੀਂ ਤਾਂ ਮੈਂ ਵੀ ਘੰਟਾ ਕੁ ਬਾਜਾ ਵਜਾ ਕੇ ਲੰਘੀ ਜਾਣਾ, ਤੁਸੀਂ ਵੀ ਲੰਘੀ ਜਾਣਾ। ਜੇ ਕੁਝ ਨਾ ਮੈਂ ਪਾਇਆ ਨਾ ਤੁਸੀਂ ਪਾਇਆ, ਫਿਰ ਫਾਇਦਾ ਕੀ ਹੋਇਆ। ਇੱਥੇ ਪਪੀਹੇ ਬਣ ਕੇ ਆਓ, ਆਨੰਦ ਲਓ। ਬੜੇ ਸਰੋਤੀ ਸੰਗਤ ਬੈਠੀ ਹੈ, ਜਿਹੜੇ ਮਹਾਂਪੁਰਖਾਂ ਦੀ ਸੰਗਤ ਹਰ ਰੋਜ਼ ਹੀ ਮਿਲਦੀ ਹੈ ਜਿਨ੍ਹਾਂ ਨੂੰ, ਉਹ ਇੱਥੇ ਪਪੀਹੇ ਬਣ ਕੇ ਬੈਠੇ ਨੇ। ਪਰ ਕਿਸੇ ਨੂੰ ਪਰੇਸ਼ਾਨੀ ਦੇਣੀ, ਕਿਸੇ ਨੂੰ ਗੁਰਮੁਖੋ ਸੰਗਤ ਤੋਂ ਪਰਾਂ ਕਰ ਦੇਣਾ ਦੋਸ਼ ਹੈ। ਆਪਾਂ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਗੁਰਮੁਖੋ ਲਾਹਾ ਲਈਏ। ਗੁਰਮੁਖਾਂ ਦੀ ਬਸਤਾ ਵਿੱਚ ਲਾਹਾ ਲੈਣੀ ਹੁੰਦਾ। ਤੇ ਚਿੱਠੀ ਪਹੁੰਚ ਗਈ ਭੀਮ ਚੰਦ ਦੇ ਦਰਬਾਰ। ਕਹਿੰਦੇ ਭੀਮ ਚੰਦ ਨੇ ਬੜੀ ਤੇ ਅੱਗ ਲੱਗ ਗਈ ਵੀ ਇਹ ਕੀ ਹੋ ਗਿਆ, ਮੇਰਾ ਵਜ਼ੀਰ, ਮੇਰਾ ਵਫਾਦਾਰ ਦੇਵੀ ਚੰਦ ਵਜ਼ੀਰ ਗੁਰੂ ਦੀ ਬਣ ਕੇ ਰਹਿ ਗਿਆ। ਬਈ ਚਲੋ ਬਣਦਾ ਗਿਆ ਗੁਰੂ ਦਾ ਹੁਣ, ਪਰ ਮੈਂ ਵੀ ਦੱਸੂੰ ਵੀ ਗੁਰੂ ਵਾਲਾ ਕਿਵੇਂ ਬਣੀਦਾ। ਮੈਂ ਵੀ ਹੁਣ ਦੇਵੀ ਚੰਦ ਨੂੰ ਦੱਸੂੰ ਵੀ ਕਿਵੇਂ ਗੁਰੂ ਵਾਲਾ ਬਣੀਦਾ, ਕਿਵੇਂ ਜਵਾਬ ਲਿਖੀਦੇ ਨੇ। ਆਪਣੀ ਫੋਰਸ ਲਾ ਦਿੱਤੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਜਿੱਥੇ ਦੇਵੀ ਚੰਦ ਮਿਲਦਾ ਉਹਨੂੰ ਚੱਕ ਲਿਆਓ। ਤੇ ਗੁਰਮੁਖੋ ਸਰਕਾਰ ਦੇ ਬੰਦਿਆਂ ਨੇ ਢੂੰਡ ਕੇ ਦੇਵੀ ਚੰਦ ਨੂੰ ਚੁੱਕ ਲਿਆ, ਭੀਮ ਚੰਦ ਕਹਿਲੂਰੀਏ ਕੋਲੇ ਲੈ ਗਏ। ਭੀਮ ਚੰਦ ਕਹਿਲੂਰੀਏ ਨੇ ਸਾਹਮਣੇ ਖੜਾ ਕੇ ਵਿਰੋਧ ਸਦਤ ਕੀਤਾ, ਸਰੀਰ ਦਾ ਹੱਡ ਹੱਡ, ਅੰਗ ਅੰਗ ਦੇਵੀ ਚੰਦ ਦਾ ਤੋੜਿਆ। ਫਿਰ ਪੁੱਛਦਾ ਵੀ ਜਾਵੇਂਗਾ ਗੁਰੂ ਕੋਲੇ? ਉਹ ਕਹਿਣ ਲੱਗਾ ਭੀਮ ਚੰਦਾ ਭਾਵੇਂ ਮਾਰ ਭਾਵੇਂ ਛੱਡ, ਇਹ ਤਾਂ ਹੁਣ ਇੱਕ ਵਾਰੀ ਰਸਨਾ ਤੋਂ ਨਿਕਲ ਗਿਆ ਵੀ ਗੁਰੂ ਗੋਬਿੰਦ ਸਿੰਘ ਮੈਂ ਤੇਰਾ ਹਾਂ, ਹੁਣ ਤੇਰਾ ਕੀ ਬਣ ਕੇ ਰਹੂੰਗਾ। ਸੱਚੇ ਪਾਤਸ਼ਾਹ ਹੁਣ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਮਹਾਂਪੁਰਖ ਬੜੇ ਪਿਆਰ ਵਿੱਚ ਕਹਿੰਦੇ ਹੁੰਦੇ, ਤੇਰੇ ਦੁਆਰੇ ਤੋਂ ਬਿਨਾਂ ਨੀ ਦੁਆਰਾ ਕੋਈ, ਮੈਂ ਕਿਹਦੇ ਦੁਆਰੇ ਜਾਵਾਂ ਬਾਲਕਾ। ਤੇਰੇ ਦੁਆਰੇ ਤੋਂ ਬਿਨਾਂ ਨੀ ਦੁਆਰਾ ਕੋਈ, ਕਿਹਦੇ ਦੁਆਰੇ ਜਾਵਾਂ ਬਾਲਕਾ।
ਦੇਵੀ ਚੰਦ ਕਹਿੰਦਾ ਉਹ ਭੀਮ ਚੰਦਾ ਮਾਰ ਭਾਵੇਂ ਛੱਡ, ਹੁਣ ਉਹ ਗੁਰੂ ਦੇ ਦੁਆਰੇ ਤੋਂ ਬਿਨਾਂ ਹੋਰ ਕੋਈ ਦੁਆਰਾ ਨਹੀਂ। ਕਹਿਣ ਲੱਗਿਆ ਵੀ ਇਹਨੂੰ ਚੰਗੀ ਤਰ੍ਹਾਂ ਸਜ਼ਾ ਦਿਓ, ਹਜੇ ਵੀ ਇਹਦੇ ਵੱਟ ਨਿਕਲੇ ਨਹੀਂ, ਹਜੇ ਵੀ ਜਿਹੜਾ ਕੁਛ ਮੈਂ ਕਹਾਉਣਾ ਚਾਹੁੰਦਾ ਕਿ ਮੰਨ ਨਹੀਂ ਰਿਹਾ। ਕਹਿੰਦੇ ਜੀ ਮਾਰ ਤਾਂ ਦਿੱਤਾ, ਹੁਣ ਮਾਰਨ ਵਰਗਾ ਕਰਤਾ, ਹੋਰ ਕੀ ਕਰੀਏ। ਕਹਿੰਦੇ ਏਦਾਂ ਕਰੋ, ਤੋੜ ਗਰਮ ਕਰਕੇ ਇਹਦੀਆਂ ਅੱਖਾਂ 'ਚ ਫੇਰੋ, ਤੋੜ ਗਰਮ ਕਰਕੇ ਦੇਵੀ ਚੰਦ ਦੀਆਂ ਅੱਖਾਂ 'ਚ ਫੇਰਨੇ ਕੀਤੇ। ਬੋਲੋ ਸਤਨਾਮ। ਵਾਹਿਗੁਰੂ। ਪਰ ਦੇਵੀ ਚੰਦ ਦੀ ਰਚਨਾ ਤੇ ਇੱਕ ਸ਼ਬਦ ਨਿਕਲਿਆ, ਕੀ ਨਿਕਲਿਆ? ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਇਹ ਸ਼ਬਦ ਨਿਕਲੇ। ਹੇ ਪਾਤਸ਼ਾਹ ਜੀ ਤੇਰੇ ਚਰਨਾਂ ਦੇ ਆਸਰਾ ਬਸ। ਦੇਖੋ ਹੁਣ ਗੁਰੂ ਦੇ ਸਿੱਖ ਦੀ ਪ੍ਰੀਤ ਦਾ ਰਿਸ਼ਤਾ ਕਿਵੇਂ ਨਿਭਦਾ ਹੈ। ਤੇ ਅੱਖਾਂ ਦੇਵੀ ਚੰਦ ਦੀਆਂ ਤੋੜ ਭੀਮ ਚੰਦ ਕਹਿਲੂਰੀਏ ਦੇ ਬੰਦੇ ਫੇਰ ਰਹੇ ਨੇ, ਪਰ ਆਸਰਾ ਜਿਹੜਾ ਗੁਰੂ ਕਲਗੀਧਰ ਦੇ ਚਰਨਾਂ ਤੇ ਹੋ ਰਹੇ। ਅੱਖਾਂ ਕਿਸੇ ਦੀਆਂ ਤੇ ਸਿੱਧਤ ਕੋਈ ਕਰ ਰਿਹਾ ਤੇ ਦੁੱਖ ਸਹਾਰ ਕੋਈ ਰਿਹਾ। ਦਸਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚੋਂ ਖੂਨ ਸਿਮਦਾ ਹੈ। ਜਿਸ ਚੌਂਕੀ ਤੇ ਮੇਰੇ ਸਤਿਗੁਰਾਂ ਨੇ ਚਰਨ ਰੱਖੇ ਨੇ, ਉਤੋਂ ਆਏ ਪਾਣੀ ਦੀਆਂ ਖੂਨ ਦੀਆਂ ਧਾਰਾਂ ਚੱਲ ਪਈਆਂ, ਬਹਿਣ ਚੱਲ ਪਿਆ ਖੂਨ ਦਾ। ਸਿੰਘ ਭੱਜ ਕੇ ਆਏ, ਮਹਾਰਾਜ ਇਹ ਕੀ ਹੋ ਗਿਆ? ਇਹ ਕੀ ਖੇਡ ਬਣ ਗਈ? ਉੱਥੇ ਫਿਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਇਹ ਮੈਨੂੰ ਨਹੀਂ ਪਤਾ ਕੀ ਬਣ ਗਿਆ, ਕੀ ਬੀਤ ਗਈ, ਖੇਡ ਕੀ ਬਣ ਗਈ। ਇੱਕ ਦੋ ਦਿਨਾਂ ਦੇ ਵਿੱਚ ਉਹ ਬੰਦਾ ਆਉਣ ਵਾਲਾ ਹੈ ਜਿਹਦੇ ਉੱਪਰ ਇਹ ਖੇਡ ਵਾਪਰੀ ਹੈ, ਜਿਹਦੇ ਇਹ ਦੁੱਖ ਵਾਪਰਿਆ ਹੈ, ਉਹਨੇ ਅੱਗੇ ਦੱਸ ਦੇਣਾ ਹੈ। ਅੱਗੇ ਉਹਨੇ ਅੱਗੇ ਦੱਸ ਦੇਣਾ ਹੈ, ਤੁਹਾਨੂੰ ਪਤਾ ਲੱਗ ਜਾਣਾ ਵੀ ਗੁਰੂ ਕੇ ਸਿੱਖ ਤੇ ਗੁਰੂ ਦੀ ਪ੍ਰੀਤ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਜ਼ਖਮ ਹੋਏ। ਸਾਧ ਸੰਗਤ ਮਹਾਰਾਜ ਜੀ ਦੇ ਪੱਟੀਆਂ ਚਰਨਾਂ ਤੇ ਕੀਤੀਆਂ। ਸਿੰਘਾਂ ਨੂੰ ਕਹਿੰਦੇ ਭਾਈ ਸਾਨੂੰ ਆਸ਼ਰਮ ਤੇ ਛੱਡ ਦਿਓ, 3 ਦਿਨ ਹੁਣ ਸਾਡੇ ਕੋਲੇ ਕੋਈ ਨਾ ਆਵੇ ਨਾ ਕੋਈ ਜਾਵੇ, ਅਸੀਂ ਆਪਣੇ ਆਨੰਦ ਵਿੱਚ ਰਹੀਏ। 3 ਦਿਨ ਗੁਰੂ ਦੀ ਕਿਰਪਾ ਹੋਈ। ਦੇਵੀ ਚੰਦ ਤੰਦਰੁਸਤ ਹੋ ਕੇ ਹੌਲੀ ਹੌਲੀ ਤੁਰ ਕੇ ਫੇਰ ਅਨੰਦਪੁਰ ਸਾਹਿਬ ਆ ਗਿਆ। ਅਨੰਦਪੁਰ ਸਾਹਿਬ ਆ ਕੇ ਸਿੰਘਾਂ ਨੂੰ ਕਹਿਣ ਲੱਗਿਆ ਵੀ ਛੇਤੀ ਕਰੋ, ਮੈਂ ਗੁਰੂ ਦੇ ਦਰਸ਼ਨ ਕਰਨੇ ਨੇ। ਕਹਿਣ ਲੱਗੇ ਵੀ ਭਰਿਆ ਲੋਕਾਂ, ਗੁਰੂ ਸਾਹਿਬ ਨੂੰ 3 ਦਿਨ ਹੋ ਗਏ ਅੰਦਰ ਨੇ, ਬਾਹਰ ਨਹੀਂ ਆਏ। ਖੇਡ ਪਤਾ ਨਹੀਂ ਕੀ ਵਾਪਰੀ ਹੈ। ਉੱਚੀ ਉੱਚੀ ਬੋਲਦਾ ਦੇਵੀ ਚੰਦ ਕੇ ਛੇਤੀ ਕਰੋ, ਜੇ ਮੈਨੂੰ ਨਾ ਗੁਰੂ ਦੇ ਦਰਸ਼ਨ ਕਰਾਏ ਮੇਰੀ ਜਿੰਦ ਖਤਮ ਹੋ ਜਾਵੇਗੀ, ਮੇਰੇ ਪ੍ਰਾਣ ਨਿਕਲ ਜਾਣਗੇ। ਚਲੋ ਬਾਤ ਸੁਣ ਕੇ ਮੇਰੇ ਸਤਿਗੁਰਾਂ ਦੇ ਕੰਨ ਵਿੱਚ ਦੇਵੀ ਚੰਦ ਦੀ ਆਵਾਜ਼ ਪਈ। ਮਹਾਰਾਜ ਦੇਖ ਕੇ ਪੜਦਿਆਂ ਰਾਹੀਂ ਵੀ ਦੇਵੀ ਚੰਦ ਆ ਗਿਆ। ਸਿੰਘਾਂ ਨੂੰ ਕਹਿਦਾ ਵੀ ਛੇਤੀ ਆਉਣ ਦਿਓ, ਕੋਈ ਰੋੜਾ ਨਾ ਬਣੋ, ਦੇਵੀ ਚੰਦ ਦੇ ਰਾਹ ਵਿੱਚ ਸਿੱਧਾ ਆਉਣ ਦਿਓ। ਪੜਦੇ ਚੱਕੇ ਗਏ, ਬੂਹੇ ਖੁੱਲ ਗਏ, ਦੇਵੀ ਚੰਦ ਚਲਿਆ ਗਿਆ। ਮੇਰੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਬਹਿ ਗਿਆ। ਜਦ ਮੇਰੇ ਸਤਿਗੁਰਾਂ ਦੇ ਚਰਨਾਂ ਤੇ ਪੱਟੀਆਂ ਦੇਖੀਆਂ, ਇਹ ਸਾਹਿਬ ਜੀ ਆਪ ਜੀ ਦੇ ਆਗੀ ਦਿਖਾਂਤ ਵਾਪਰ ਗਿਆ। ਆ ਚਰਨਾਂ ਤੇ ਪੱਟੀਆਂ ਕਿਉਂ ਕੀਤੀਆਂ ਨੇ? ਫਿਰ ਮਹਾਰਾਜ ਕਹਿੰਦੇ ਓਏ ਦੇਵੀ ਚੰਦਾ, ਸਭ ਕੁਛ ਕਰਕੇ ਵੀ ਹਜੇ ਜਾਣ ਕੇ ਪੁੱਛਦਾ ਹੈ, ਸਭ ਕੁਛ ਜਾਣਦਾ ਹੋਇਆ ਵੀ ਅਣਜਾਣ ਹੈ, ਸਭ ਕੁਛ ਤੇਰੇ ਵਾਸਤੇ ਕੀਤਾ ਹੈ। ਜਦੋਂ ਤੈਨੂੰ ਭੀਮ ਚੰਦ ਕਹਿਲੂਰੀਏ ਨੇ ਚੱਕ ਕੇ ਪਹਾੜੀ ਤੇ ਕੁੱਟਣਾ ਮਾਰਨਾ ਕੀਤਾ, ਤੇਰੇ ਅੱਖਾਂ 'ਚ ਤੋੜ ਫੇਰੇ, ਤਾਂ ਇੱਕ ਵਾਰੀ ਤੇਰੀ ਰਚਨਾ ਤੋਂ ਇਹ ਸ਼ਬਦ ਨਿਕਲਿਆ, ਸੇਵਕ ਕੇ ਭਰਪੂਰ ਜੁਗੋ ਜੁਗ ਵਾਹਿਗੁਰੂ, ਸੇਵਕ ਕੇ ਭਰਪੂਰ ਜੁਗੋ ਜੁਗ ਵਾਹਿਗੁਰੂ, ਸੇਵਕ ਕੇ ਭਰਪੂਰ
ਸਾਧ ਕਾ ਤੇਰਾ ਸਭ ਸਾਧ ਕਾ ਤੇਰਾ ਸਭ ਸਾਧ ਕਾ ਤੇਰਾ ਸਭ ਸਾਧ ਕਾ ਸਭ ਸਾਧ ਕਾ ਸੇਵਕ ਕੇ ਭਰਪੂਰ ਜੁਗੋ ਜੁਗ ਵਾਹਿਗੁਰੂ 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 ਸੇਵਕ ਕੇ ਭਰਪੂਰ ਜੁਗੋ ਜੁਗ ਜੁਗੋ ਜੁਗ ਵਾਹਿਗੁਰੂ ਸੇਵਕ ਕੇ ਭਰਪੂਰ ਜੁਗੋ ਜੁਗ ਵਾਹਿਗੁਰੂ ਜੁਗਾ ਜੁਗਾ ਤੱਕ ਵਾਹਿਗੁਰੂ ਸੇਵਕ ਦੀ ਰੱਖਦਾ ਹੈ। ਸੇਵਕ ਦਾ ਜਿਹੜਾ ਜੀਵਨ ਹੈ ਗੁਰਮੁਖੋ ਗੁਰੂ ਦੇ ਸਦਕਾ ਹੈ। ਗੁਰੂ ਹੈ ਤਾਂ ਸੇਵਕ ਹੈ, ਨਹੀਂ ਸੇਵਕ ਦਾ ਰਿਸ਼ਤਾ ਵੀ ਮੁੱਕ ਜਾਵੇ ਜੇ ਗੁਰੂ ਨਾ ਨਿਭਾਵੇ, ਪਰ ਗੁਰੂ ਨਿਭਾਉਂਦਾ ਹੈ। ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਲਿਆ। ਮਹਾਰਾਜ ਮੈਂ ਤਾਂ ਐਵੇਂ ਤੁਹਾਨੂੰ ਕੋਈ ਫਕੀਰ ਸਮਝ ਰਿਹਾ ਸੀ, ਪਰ ਤੁਸੀਂ ਤਾਂ ਦਿਲਾਂ ਦੀ ਜਾਣਨ ਵਾਲੇ ਹੋ। ਤੁਸੀਂ ਤਾਂ ਮੇਰਾ ਸਾਰੇ ਦੁਖਾਂਤ ਇੱਥੇ ਦੱਸ ਦਿੱਤਾ। ਮਹਾਰਾਜ ਕਹਿੰਦੇ ਤੈਂ ਸੋਚਿਆ ਕੀ ਹੈ, ਵਿਚਾਰਿਆ ਕੀ ਹੈ, ਤੂੰ ਸਮਝਿਆ ਕੀ ਹੈ ਸਾਨੂੰ। ਮਹਾਰਾਜ ਹੁਣ ਤਾਂ ਸਭ ਕੁਝ ਦੇਖ ਕੇ ਤੁਹਾਨੂੰ ਰੱਬ ਸਮਝ ਗਿਆ। ਤੁਸੀਂ ਰੱਬ ਹੋ, ਤੁਸੀਂ ਮਾਲਕ ਹੋ। ਤੇ ਫਿਰ ਸਾਧ ਸੰਗਤ ਦੀ ਗੁਰੂ ਦੇ ਨਾਲ ਸੇਵਕ ਦੀ ਪ੍ਰੀਤ ਏਦਾਂ ਨਿਭਦੀ ਹੈ। ਐਵੇਂ ਨਹੀਂ ਗੱਲਾਂ ਬਾਤੀ। ਅਸੀਂ ਤਾਂ ਗੱਲਾਂ ਵਾਲੇ ਆ ਨਾ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਗਿਨੇ ਨਾ ਪਾਇਆ। ਦੂਜਾ ਪ੍ਰਵਾਨ ਆਪਾਂ ਸ਼ੁਰੂ ਕੀਤਾ ਸੀ ਬਾਬਾ ਬੁੱਢਾ ਸਾਹਿਬ ਦਾ। ਅੱਜ ਆਪਾਂ ਟਾਈਮ ਨਾਲ ਹੀ ਸਮਾਪਤੀ ਕਰਾਂਗੇ, ਕਿਉਂਕਿ ਚੌਥੇ ਦੀਵਾਨ ਦੇ ਵਿੱਚ ਹੀ ਆਪਣਾ ਸਮਾਂ ਸਹੀ ਬਣਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਲੇਟ ਫੇਟ ਹੀ ਹੋਏ, ਕਦੇ 2:45 ਕਦੇ 3:30 ਕਦੇ 3 ਵਜੇ ਆਏ, ਟਾਈਮ ਲੱਗਦਾ ਰਿਹਾ। ਚਲੋ ਅੱਜ ਵੀ ਡਬਲ ਸਮਾਗਮ ਸੀ, ਅੱਜ ਨੇੜੇ ਸੀ ਨਗਰ ਸਾਰੋਂ ਕਰਕੇ ਤਾਂ ਤੁਹਾਡੇ ਕੋਲ ਛੇਤੀ ਹਾਜ਼ਰੀ ਲੱਗ ਗਈ। ਆਓ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਲਾਹਾ ਲੈਣਾ ਚਾਹੀਦਾ ਹੈ। ਬਾਬਾ ਬੁੱਢਾ ਸਾਹਿਬ ਮਾਤਾ ਨੂੰ ਪੁੱਛਦਾ ਕਿ ਮਾਤਾ ਅੱਗ ਕਿਉਂ ਨਹੀਂ ਮੱਚੀ। ਕਹਿੰਦੀ ਬੇਟਾ ਕਿਤੇ ਵਾਸਤੇ ਵੀ ਅੱਗ ਮੋਟੇ ਡੱਕਿਆਂ ਨੂੰ ਨਹੀਂ ਲੱਗਦੀ ਹੁੰਦੀ। ਜੇ ਅੱਗ ਲੱਗਦੀ ਹੈ ਤਾਂ ਬਰੀਕ ਡੱਕਿਆਂ ਨੂੰ ਲੱਗਦੀ ਹੁੰਦੀ ਹੈ। ਦੇਖੋ ਕਿੱਥੇ ਅਸਰ ਲੈ ਗਏ ਬਾਬਾ ਬੁੱਢਾ ਜੀ। ਦਿਲ ਤੇ ਅਸਰ ਹੋ ਗਿਆ, ਮੋਗ ਬਾਣ ਲੱਗ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ। ਬਾਬਾ ਬੁੱਢਾ ਜੀ ਕੀ ਕਹਿਣ ਲੱਗੇ, ਮਾਂ ਜੇ ਅੱਗ ਬਰੀਕ ਡੱਕਿਆਂ ਨੂੰ ਲੱਗ ਸਕਦੀ ਹੈ ਤਾਂ ਮੌਤ ਵੀ ਨਿਆਣੀ ਉਮਰ ਚ ਆ ਸਕਦੀ ਹੈ। ਦੇਖੋ ਕਿੱਥੇ ਨੂੰ ਗੱਲ ਚਲੀ ਗਈ। ਉੱਥੋਂ ਵਿਰਾਗੀ ਹੋ ਗਿਆ ਤੇ 12 ਸਾਲ ਦੀ ਉਮਰ ਚ ਫਿਰ ਬਾਬੇ ਗੁਰੂ ਨਾਨਕ ਦੀ ਸੰਗਤ ਹੋਈ। ਬਾਬਾ ਬੁੱਢਾ ਜੀ ਨੂੰ ਸੰਗਤ ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਬਾਬਾ ਬੁੱਢਾ ਜੀ। ਦੂਏ ਦਿਨ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਦੁੱਧ ਲੈ ਕੇ ਮਿੱਸੇ ਪ੍ਰਸਾਦੇ ਲੈ ਕੇ ਗੁਰੂ ਨਾਨਕ ਕੋਲੇ ਹਾਜ਼ਰ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਅਸੀਂ ਤਾਂ ਨਹੀਂ ਸਕਦੇ। ਕਹਿੰਦਾ ਮਹਾਰਾਜ ਮੈਂ ਤਾਂ ਬੜੀ ਸ਼ਰਧਾ ਨਾਲ ਲੈ ਕੇ ਆਇਆ। ਕਹਿੰਦੇ ਤੂੰ ਕਿਹੜਾ ਘਰੋਂ ਪੁੱਛ ਕੇ ਆਇਆ, ਆਪਣੇ ਮਾਂ ਪਿਓ ਨੂੰ ਪੁੱਛੇ। ਕਹਿੰਦਾ ਪੁੱਛਿਆ ਤਾਂ ਨਹੀਂ ਹੈ ਜੀ। ਕਹਿੰਦੇ ਫਿਰ ਸਾਧੂਆਂ ਨੂੰ ਕੀ ਭੋਜਨ ਛਕਾਉਣਾ ਹੋਵੇ, ਪੀਰਾਂ ਪੈਗੰਬਰਾਂ ਨੂੰ ਭੋਜਨ ਛਕਾਉਣਾ ਹੋਵੇ, ਘਰੋਂ ਆਗਿਆ ਲੈਣੀ ਬੜੀ ਜ਼ਰੂਰੀ ਹੈ। ਬਿਨਾਂ ਆਗਿਆ ਤੋਂ ਇਹ ਨਹੀਂ ਕੁਝ ਕਰਨਾ ਚਾਹੀਦਾ। ਮਹਾਰਾਜ ਅੱਗੇ ਤੋਂ ਮਾਫੀ ਦਿਓ, ਪਰ ਮੇਰਾ ਹੁਣ ਰੁੱਖਾ ਮਿੱਸਾ ਪ੍ਰਵਾਨ ਕਰੋ। ਤੇ ਧੰਨ ਗੁਰੂ ਨਾਨਕ ਦੇਵ ਜੀ ਤੇ ਬਾਲਾ ਮਰਦਾਨਾ ਜੀ ਨੇ ਬਾਬਾ ਬੁੱਢਾ ਜੀ ਦਾ ਭੋਜਨ ਛਕਿਆ। ਵਰ ਦਿੱਤਾ ਕਿ ਬਾਬੇ ਬੁੱਢੇ ਜਿਵੇਂ ਤੈਂ ਸਾਨੂੰ ਲੰਗਰ ਮਿੱਸਾ ਦੁੱਧ ਆਦਿਕ ਛਕਾਇਆ, ਕੋਈ ਦਿਨ ਐਸਾ ਆਵੇਗਾ ਵੀ ਤੇਰੇ ਦਰਬਾਰ ਤੇ ਵੀ ਇਹ ਲੰਗਰ ਵਰਤਿਆ ਕਰੂਗਾ। ਮਿੱਸਾ ਲੰਗਰ, ਦਹੀਂ ਲੱਸੀ ਵਗੈਰਾ ਵਰਤਿਆ ਕਰੂਗੀ।
ਇਹ ਜਿਹੜਾ ਮਿੱਸੇ ਲੰਗਰ ਦੀ ਪ੍ਰਥਾ ਬਾਬੇ ਬੁੱਢੇ ਤੋਂ ਸ਼ੁਰੂ ਨਹੀਂ ਹੋਈ, ਇਹ ਗੁਰੂ ਨਾਨਕ ਮਹਾਰਾਜ ਜੀ ਦੇ ਵਰ ਤੋਂ ਸ਼ੁਰੂ ਹੋਈ। ਗੁਰੂ ਨਾਨਕ ਪਾਤਸ਼ਾਹ ਨੇ ਵਰ ਕੀਤਾ, ਬਾਬਾ ਬੁੱਢਾ ਜੀ ਇਹ ਤੇਰੇ ਦਿਨਾਂ ਤੇ ਵੀ ਏਦਾਂ ਲੰਗਰ ਚੱਲਿਆ ਕਰੂਗਾ। ਫਿਰ ਸੇਵਾ ਕਰਦੇ ਕਰਦੇ ਬਾਬਾ ਬੁੱਢਾ ਜੀ ਦੀ ਕਿੰਨੀ ਉਮਰ ਹੋ ਗਈ? 125 ਸਾਲ ਦੀ ਉਮਰ। ਬਾਬਾ ਬੁੱਢਾ ਸਾਹਿਬ ਜੀ ਬੀੜ ਵਿੱਚ ਸੇਵਾ ਕਰਦੇ ਨੇ। ਬੀੜ ਵਿੱਚ ਉਦੋਂ ਗੁਰੂ ਨਾਨਕ ਦੀ ਜਗ੍ਹਾ ਤੇ 6ਵੇਂ ਗੁਰੂ ਨਾਨਕ ਹਾਜ਼ਰ ਸਨ। ਇੱਕ ਦਿਨ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਹੁਣ ਤੁਸੀਂ ਬਜ਼ੁਰਗ ਹੋ ਗਏ, ਹੁਣ ਤੁਸੀਂ ਸੇਵਾ ਨਾ ਕਰਿਆ ਕਰੋ, ਆਰਾਮ ਕਰਿਆ ਕਰੋ। ਜੇ ਹਰਿਮੰਦਰ ਸਾਹਿਬ ਵੀ ਆਉਣਾ ਤਾਂ ਪਾਲਕੀ ਜਾਇਆ ਕਰੋ। ਮਹਾਰਾਜ ਜੀ ਮੈਨੂੰ ਗਰੀਬ ਨੂੰ ਸੇਵਾ ਕਰ ਲੈਣ ਦਿਓ, ਮੈਂ ਤੁਰ ਕੇ ਹੀ ਰਾਜੀ ਹਾਂ, ਮੈਂ ਤੁਰ ਕੇ ਆ ਜਾ ਕਰੂੰਗਾ। ਕਹਿੰਦੇ ਨਹੀਂ, ਹੁਣ ਤੁਸੀਂ ਬੁੜੇ ਹੋ, ਬਜ਼ੁਰਗ ਹੋ, ਆਉਣ ਤੇ ਮੁਸ਼ਕਲ ਆਉਂਦੀ ਹੈ ਤੁਹਾਨੂੰ। ਉੱਥੇ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਾਲਕੀ ਬਣਾਤੀ। ਪਾਲਕੀ 4 ਸਿੰਘ ਮੋਢਿਆਂ ਤੇ ਚੱਕ ਕੇ ਬਾਬਾ ਬੁੱਢਾ ਜੀ ਨੂੰ ਬੀੜ ਤੋਂ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਨਮਸਕਾਰ ਕਰਾਉਂਦੇ ਨੇ। ਨਮਸਕਾਰ ਕਰਾ ਕੇ ਵਾਪਸ ਫੇਰ ਚੱਲੇ ਆਉਂਦੇ ਨੇ। ਸਮਾਂ ਵੀ ਤਕਰੀਬਨ ਹੋ ਚੱਲਿਆ। ਮੈਂ ਬੇਨਤੀ ਨੂੰ ਸੰਕੋਚਾਂ ਤੇ ਧੰਨ ਧੰਨ ਬਾਬਾ ਬੁੱਢਾ ਜੀ ਦੀ ਪਾਲਕੀ ਆਉਂਦੀ ਨੂੰ ਦੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਨ ਵਿੱਚ ਚਾਅ ਬਣ ਗਿਆ ਕਿ ਐਸੇ ਬ੍ਰਹਮ ਗਿਆਨੀ ਸਿੱਖ ਦੀ ਪਾਲਕੀ ਨੂੰ ਮੈਂ ਵੀ ਮੋਢਾ ਲਾ ਲਾਂ, ਮੈਂ ਵੀ ਮੋਢਾ ਲਾ ਲਾਂ, ਮੇਰਾ ਵੀ ਜੀਵਨ ਸਫਲ ਹੋ ਜਾਏ। ਨਾਲੇ ਆਪ ਗੁਰੂ ਨਾਨਕ ਨੇ ਖੁਦ ਫਿਰ ਵੀ ਉਹ ਆਪਣੇ ਸੇਵਕਾਂ ਦੀ ਸੇਵਾ ਕਰਕੇ ਰਾਜੀ ਨੇ। ਦੇਖੋ ਕਿੱਥੇ ਤੱਕ ਸਾਡਾ ਇਤਿਹਾਸ ਹੈ। ਚੋਰੀਓਂ ਪਿੱਛੋਂ ਦੀ ਆਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਾਲਕੀ ਨੂੰ ਮੋਢਾ ਲਾਇਆ ਤੇ ਪਾਲਕੀ ਨੂੰ ਮੋਢਾ ਲੱਗ ਕੇ ਜਦ ਪਾਲਕੀ ਦਾ ਜਿਹੜਾ ਗੁਰਮੁਖੋ ਸਿਸਟਮ ਸੀ ਹੱਲ ਗਿਆ, ਉੱਚਾ ਨੀਵਾਂ ਹੋ ਗਿਆ। ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਕੋਈ ਗੜਬੜ ਹੋਈ ਲੱਗੀ ਹੈ। ਇੱਕ ਲਗਤ ਪਾਲਕੀ ਜਿਹੜੀ ਉੱਚੀ ਨੀਵੀਂ ਹੋ ਗਈ ਤੇ ਏਦਾਂ ਲੱਗਦਾ ਵੀ ਜਿਵੇਂ ਗੁਰੂ ਨੇ ਆਪਣਾ ਮੋਢਾ ਲਾ ਲਿਆ ਹੁੰਦਾ। ਦੇਖੋ ਸਿੱਖ ਪਾਲਕੀ ਤੇ ਬੈਠੇ ਹੀ ਪਰਖ ਕਰ ਗਿਆ, ਇਸੇ ਸਿੱਖਾਂ ਦੀ ਲੋੜ ਹੈ। ਤੇ ਐ ਪਿੱਛੋਂ ਮੂੰਹ ਕਰਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਗੁਰੂ ਜੀ ਜਾਂ ਤਾਂ ਆਪਣਾ ਮੋਢਾ ਹਟਾ ਲਓ, ਨਹੀਂ ਪਰ ਸਿੱਖ ਨੇ ਸਾਲ ਮਾਰ ਦੇਣੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿਹੜਾ ਰੂਲ ਹੈ ਵੀ ਸਿੱਖ ਦੀ ਪਾਲਕੀ ਨੂੰ ਗੁਰੂ ਮੋਢਾ ਲਾਵੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਬੁੱਢਾ ਜੀ ਸਾਡਾ ਅੱਜ ਜੀ ਕਰਿਆ ਵੀ ਬ੍ਰਹਮ ਗਿਆਨੀ ਸਿੱਖ ਦੀ ਪਾਲਕੀ ਨੂੰ ਮੋਢਾ ਲਾ ਲਈਏ, ਸਾਡਾ ਵੀ ਜੀਵਨ ਸਫਲ ਹੋ ਜਾਵੇ। ਇੱਥੇ ਤੱਕ ਬਾਣੀ ਕਹਿੰਦੀ ਹੈ ਨਾ, ਕੇਸਾਂ ਕਾ ਕਰ ਚਾਵਲ ਢਲਾਵਾਂ, ਚਰਨ ਧੂੜ ਮੁਖ ਲਾਈ। ਐਸੇ ਬ੍ਰਹਮ ਗਿਆਨੀ ਗੁਰਸਿੱਖਾਂ ਵਾਸਤੇ ਬੜਾ ਕੁਛ ਕਰਦੇ ਨੇ। ਗੁਰੂ ਕੇ ਪਿਆਰੇ ਸੇਵਾਦਾਰ ਬੜੀ ਇੱਛਾ ਪ੍ਰਗਟ ਕਰਦੇ ਨੇ। ਸੇਵਕ ਕਾ ਹੋਏ ਸੇਵਕ ਵਰਤਾਂ, ਕਰ ਕਰ ਬਿਨੋ ਬੁਲਾਈ। ਬੇਨਤੀਆਂ ਕਰ ਕਰਕੇ ਨੀਵੇਂ ਹੋ ਕੇ ਜਬ ਤਬ ਕਰਕੇ ਵੀ ਆਪਣੇ ਆਪ ਨੂੰ ਜਿਹੜੇ ਜਣਾਉਂਦੇ ਨਹੀਂ, ਸਤਾਉਂਦੇ ਨਹੀਂ, ਉਹੀ ਕਹਿੰਦੇ ਮਹਾਰਾਜ ਸਾਨੂੰ ਪਿਆਰੇ ਲੱਗਦੇ ਨੇ। ਉਹਨਾਂ ਦਾ ਜੀਵਨ ਹੀ ਸਫਲ ਹੁੰਦਾ ਹੈ। ਏਦਾਂ ਕਰਕੇ ਸਾਨੂੰ ਲਾਹਾ ਲੈਣਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਐਸੇ ਗੁਰਸਿੱਖਾਂ ਦੀ ਧੂੜੀ ਦੇ ਦਿਓ, ਐਸੇ ਗੁਰਸਿੱਖਾਂ ਦੀ ਸਾਨੂੰ ਸੰਗਤ ਬਖਸ਼ ਦਿਓ। ਆਓ ਧਾਰਨਾ ਤੋਂ ਬਾਅਦ ਆਪਾਂ ਸਮਾਪਤੀ ਕਰੀਏ। ਗੁਰੂ ਪਿਆਰਿਓ, ਇੱਕ ਦੀਵਾਨ ਬਾਕੀ ਆਪਣਾ। ਕੱਲ ਨੂੰ ਮੱਸਿਆ ਦਾ ਵੀ ਦਿਹਾੜਾ ਹੈ। ਮੱਸਿਆ ਦੇ ਦਿਹਾੜੇ ਤੇ ਗੁਰਮੁਖ ਪਿਆਰਿਓ, ਮਹਾਂਪੁਰਖਾਂ ਦਾ, ਸਿੰਘਾਂ ਸ਼ਹੀਦਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਸਾਰੀਆਂ ਸੰਗਤਾਂ ਲੈਣ ਆਉਂਦੀਆਂ ਨੇ। ਅੱਜ ਉਹ ਵਸਤੂ ਦੇ ਤੁਹਾਨੂੰ ਦਰਸ਼ਨ ਕਰਾਏ ਜਾਣੇ ਨੇ ਮਾਲਾ ਦੇ। ਜਦੋਂ ਇੱਥੋਂ ਖੁਦਾਈ ਕੀਤੀ ਆਹ ਬਿਲਡਿੰਗ ਹੈ ਜਿਹੜੀ ਇੱਧਰ ਮਹਾਂਪੁਰਖਾਂ ਦੀ, ਸਿੱਧਾ ਸ਼ਹੀਦਾਂ ਦੀ, ਇੱਥੋਂ ਨਿਉਂ ਕੱਢਣ ਲੱਗੇ ਤਾਂ ਉੱਥੋਂ ਇੱਕ ਨਿਸ਼ਾਨੀ ਮਾਲਾ ਨਿਕਲੀ ਸੀ। ਉਹ ਟਾਈਮ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ, ਸੰਗਤ ਕਰਕੇ ਜਾਵੇ। ਇਹ ਸਾਧ ਸੰਗਤ ਜੀ ਨਿਸ਼ਾਨੀਆਂ ਅਮਰ ਹਨ, ਮੌਜੂਦ ਹਨ।
ਇਹ ਮਾਲਾ ਬਾਬਾ ਸਿੰਘਾ ਸਿੰਘ ਜੀ ਗੁਰਾਂ ਨੂੰ ਹੋ ਸਕਦਾ ਵੀ ਗੁਰੂ ਸਾਹਿਬ ਨੇ ਬਖਸ਼ੀ ਹੋਵੇ, ਉਹ ਨਿਸ਼ਾਨੀਆਂ ਹੋਣ ਤੇ ਗੁਰਮੁਖ ਕੋਈ ਸਾਨੂੰ ਪ੍ਰਾਪਤ ਹੋਈ ਹੈ ਇਹ ਜਗ੍ਹਾ ਤੇ। ਦੂਜੀ ਬੇਨਤੀ ਕਿ ਕੱਲ੍ਹ ਨੂੰ ਆਪਾਂ ਸੇਵਾ ਵੀ ਸ਼ੁਰੂ ਕਰਨੀ ਹੈ। ਜਿਹੜਾ ਇਹ ਦਰ ਤੋਂ ਹੁਕਮ ਹੋਇਆ ਗੁਰੂ ਕੇ ਲੰਗਰ ਦੀ ਸੇਵਾ ਦਾ ਆਪਾਂ ਸ਼ੁਰੂ ਕਰਨਾ, ਕੱਲ੍ਹ ਨੂੰ ਟੱਪਾ ਲਾ ਕੇ ਉਹ ਵੀ ਸੰਗਤਾਂ ਖਿਆਲ ਤੇ ਰੱਖਿਓ। ਸਾਰੇ ਭਾਈ ਆਪਣੀ ਆਪਣੀ ਮਾਇਆ ਦਾ ਹਿੱਸਾ ਪਾਇਓ। ਬੇਨਤੀ ਕੱਲ੍ਹ ਨੂੰ ਕਰਾਂਗੇ, ਕੱਲ੍ਹ ਨੂੰ ਜੇਬਾਂ 'ਚ ਪਾ ਕੇ ਲਿਆਇਓ ਕੁਛ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਮਾਣਾ ਸਾਹਿਬ ਵਾਲੇ ਸ਼ਿਮਲੇ ਬੈਠੇ ਸੀ। ਸ਼ਿਮਲੇ ਸੰਤ ਤੇਜਾ ਸਿੰਘ ਜੀ ਡਬਲ ਲਹਿਮੇ ਆਏ, ਡਿਊਟੀ 'ਚ ਆਏ। ਜਦੋਂ ਅੰਦਰ ਕਨਾਤਾਂ 'ਚ ਬੜੇ ਸੰਤ ਮਹਾਰਾਜ ਕਹਿੰਦੇ ਤੇਜਾ ਸਿੰਘ ਤੈਨੂੰ ਦੇਖ ਕੇ ਸਾਨੂੰ ਫਿਕਰ ਪੈ ਜਾਂਦਾ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਿਉਂ? ਕਹਿੰਦੇ ਸਾਨੂੰ ਆਏ ਹੋ ਜਾਂਦਾ ਵੀ ਤੇਜਾ ਸਿੰਘ ਆ ਗਿਆ, ਵੀ ਹੁਣ ਮਾਇਆ ਲੈਣ ਆਇਆ। ਉਹ ਕਿਸੇ ਕਾਲਜ ਦੀ ਮਾਇਆ ਘਟ ਗਈ ਹੋਣੀ, ਕਿਸੇ ਮਿਸਤਰੀ ਨੂੰ ਦੇਣਾ ਹੋਣਾ। ਸੰਤ ਤੇਜਾ ਸਿੰਘ ਨੇ ਹੱਥ ਬੰਨ੍ਹ ਕੇ ਕਹਿੰਦਾ ਮਹਾਰਾਜ ਆਇਆ ਤਾਂ ਫਿਰ ਮਾਇਆ ਲੈਣੀ ਹੈ। ਕਹਿੰਦੇ ਕਿਉਂ? ਫਿਰ 7 ਵਾਰ ਸੂਈ ਹੈ ਨਾ। ਹੁਣ ਗੁਰਮੁਖ ਪਿਆਰਿਓ, ਸਾਡੀਆਂ ਜਿਹੜੀਆਂ ਡਿਊਟੀਆਂ ਨੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਦੀਆਂ ਵੱਲੋਂ ਲੱਗੀਆਂ ਹੋਈਆਂ ਨੇ। ਅਸੀਂ ਉਸੇ ਦਰ ਦੇ ਕੂਕਰਾਂ ਹੁਣ ਭੌਂਕਦੇ ਦਾ ਰਹਾਂਗੇ ਨਾ। ਸੇਵਾ ਕਿਸੇ ਵੀ ਸਥਾਨ ਦੀ ਹੋਵੇ, ਥੋੜਾ ਥੋੜਾ ਹਿੱਸਾ ਪਾ ਕੇ ਭਾਈ ਸੇਵਾ ਵੱਧ ਤੋਂ ਵੱਧ ਕਰਿਆ ਕਰੋ। ਜੰਗਲੇ ਦਾ ਵੀ ਦੇਖੋ, ਆਲੇ ਦੁਆਲੇ ਦਰਬਾਰ ਸਾਹਿਬ ਦੀ ਸੇਵਾ ਹੋਣੀ ਹੈ, ਹੋ ਰਹੀ ਹੈ। ਸਾਰੇ ਆਪਾਂ ਸੇਵਾ ਕਰੀਏ ਵੱਧ ਤੋਂ ਵੱਧ। ਮਹਾਂਪੁਰਖਾਂ ਦੇ ਨਾਲ, ਨਗਰ ਦੀ ਸੰਗਤ ਦੇ ਨਾਲ ਆਪਾਂ ਸਾਥ। ਨਗਰ ਵਾਲੇ ਵੀ ਸਾਰਾ ਖਰਚੰਦਪੁਰਾ, ਜਿਵੇਂ ਅਸੀਂ ਨਗਰ ਦੇ ਲੋਕਲ ਸਥਾਨਾਂ 'ਤੇ ਸੇਵਾ ਨਿਭਾਉਂਦੇ ਹਾਂ, ਇਸੇ ਤਰ੍ਹਾਂ ਉਰੇ ਵੀ ਸੇਵਾ ਕਰਿਆ ਕਰੋ। ਅਸੀਂ ਥੋੜ੍ਹਾ ਜਿਹਾ ਵੱਟ ਜਾ ਖਾ ਲੈਂਦੇ ਹਾਂ ਵੀ ਇਹ ਤਾਂ ਫਲਾਣਿਆਂ ਦੀ ਹੈ, ਇਹ ਤੇ ਫਲਾਣੇ ਤੇ ਕਹਿੰਦਾ ਨਹੀਂ। ਇਹ ਗੁਰੂ ਨਾਨਕ ਦੇ ਘਰ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਘਰ ਹੈ, ਗੁਰੂ ਕੇ ਸਿੱਖਾਂ ਦਾ ਘਰ ਹੈ। ਇੱਥੇ ਮੇਰਾ ਤੇਰਾ ਕਿਸੇ ਦੀਆਂ ਨਹੀਂ ਹਨ, ਮੇਰਾ ਤੇਰਾ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਨੂੰ ਕਬੂਲਿਆ ਕਰੋ, ਆਸ਼ੀਰਵਾਦ ਲਿਆ ਕਰੋ, ਵੱਧ ਤੋਂ ਵੱਧ ਆਨੰਦ ਲਿਆ ਕਰੋ। ਆਓ ਬਾਬਾ ਬੁੱਢਾ ਜੀ ਐਸੇ ਗੁਰਸਿੱਖ ਬ੍ਰਹਮ ਗਿਆਨੀ ਜਿਨ੍ਹਾਂ ਦੀ ਧੂੜੀ ਆਪਾਂ ਵੀ ਸਪਰਸ਼ ਕਰੀਏ, ਮੰਗੀਏ, ਬੇਨਤੀ ਕਰੀਏ। ਮਹਾਰਾਜ ਜੀ ਸਾਨੂੰ ਧੂੜ ਬਣਾ ਦਿਓ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਧੂੜ ਬਣਾ ਦਿਓ ਉਹਨਾਂ ਦੀ, ਜਿਹੜਾ ਤੇਰਾ ਨਾਮ ਜਪਦੇ। ਵਾਹ ਵਾਹ। ਧੂੜ ਬਣਾ ਦਿਓ ਉਹਨਾਂ ਦੀ, ਬਣਾ ਦੇ ਰੱਬਾ, ਜਿਹੜੇ ਤੇਰਾ ਨਾਮ ਜਪਦੇ। ਧੂੜ ਬਣਾ ਦਿਓ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ।
ਧੂੜ ਮੰਗੇ ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਓ ਧੰਨਵਾਦ ਗੁਰੂ ਕੀ ਸੰਗਤ ਦਾ, ਜਿਹੜੇ ਭਾਈ ਬਹੁਤ ਪਿਆਰ ਦੇ ਨਾਲ ਲਾਹਾ ਲੈ ਰਹੇ ਹੋ। ਕੋਟਾਨ ਕੋਟ ਵਾਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼ਹੀਦਾਂ ਸਿੰਘਾਂ ਦਾ, ਇੱਥੋਂ ਦੇ ਸੰਚਾਲਕ ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਸੰਗਤ ਕਰਨ ਦਾ ਸੁਭਾਗ ਬਣਾਇਆ ਹੈ। ਉਦਮ ਕੀਤਾ ਹੈ, ਉਪਰਾਲਾ ਕੀਤਾ ਹੈ। ਇੱਕ ਦਿਨ ਆਪਣਾ ਬਾਕੀ ਹੈ। ਲਾਹਾ ਲਓ ਭਾਈ, ਭੁੱਲਾਂ ਚੁੱਕਾਂ ਦੀ ਖਿਮਾ। ਤੇ ਹੁਣ ਆਨੰਦ ਸਾਹਿਬ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ। ਲਾਹਾ ਲਿਆ ਕਰੋ ਸਾਰੇ, ਗੁਰੂ ਸਾਹਿਬ ਜੀ ਦੇ ਸਰੂਪ ਨੂੰ ਵਿਦਾ ਕਰਕੇ ਫੇਰ ਜਾਣ ਦੀ ਕੋਸ਼ਿਸ਼ ਕਰਿਆ ਕਰੋ। ਲੰਗਰ ਪੰਗਤਾਂ ਵਿੱਚ ਬਹਿ ਕੇ ਪਹਿਰਾ ਦਿਆ ਕਰੋ। ਬੀਬੀਆਂ ਵਾਲੇ ਪਾਸੇ ਲੰਗਰ ਵਰਤਾਓ, ਭਾਈ ਭਾਈਆਂ ਵਾਲੇ ਪਾਸੇ ਸੇਵਾ ਕਰੋ। ਕਿਉਂਕਿ ਹਿੱਸੇ ਦੋ ਨੇ, ਦੋ ਹਿੱਸੇ ਗੁਰੂ ਘਰ ਦੇ ਵਿੱਚ। ਕੀਰਤਨ ਦਾ, ਕਥਾ ਦਾ ਕੋਈ ਵੀ ਕਰ ਸਕਦਾ, ਬੀਬੀਆਂ ਕਰ ਸਕਦੀਆਂ ਨੇ, ਭਰਾ ਕਰ ਸਕਦੇ ਨੇ, ਪਰ ਲੰਗਰ ਵੀ ਜੇ ਭਾਈ ਵਰਤਾ ਦੇ ਬੀਬੀਓ ਤੁਸੀਂ ਲੰਗਰ ਬਣਾ ਸਕਦੀ ਹੋ ਤਾਂ ਵਰਤਾ ਵੀ ਸਕਦੀ ਹੋ। ਵਰਤਾਉਣ ਵੇਲੇ ਥੋੜ੍ਹੀ ਜਿਹੀ ਸੰਗ ਕਰ ਜਾਂਦੀ ਹੋ। ਦੇਗ ਵਰਤਾਉਣ ਵੇਲੇ ਕਹਿ ਦਈਏ ਤਾਂ ਬਹੁਤ ਥੋੜ੍ਹੀਆਂ ਉੱਠ ਕੇ ਰਾਜੀ ਨੇ। ਭਾਈ ਵੀ ਸੇਵਾ ਕਰਿਆ ਕਰੋ। ਇਹ ਚੀਜ਼ਾਂ ਇਹੋ ਜਿਹੇ ਕੈਂਪਾਂ ਦੇ ਵਿੱਚੋਂ, ਧਾਰਮਿਕ ਕੈਂਪਾਂ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਲਾਹਾ ਲਿਆ ਕਰੋ ਸਾਰੀ ਸੰਗਤ। ਬੜ ਭਾਗੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਹਾਜ਼ਰੀ ਪ੍ਰਵਾਨ ਕਰਨ। ਦਰੋਂ ਕਰੋ ਨਾਮਦਾਨ ਬਖਸ਼ਣ। ਬੜੀ ਸੰਗਤ ਦੂਰੋਂ ਦੂਰੋਂ ਚੱਲ ਕੇ ਬੇਅੰਤ ਨਗਰਾਂ ਦੇ ਵਿੱਚੋਂ ਆ ਕੇ ਸੰਗਤਾਂ ਲਾਹਾ ਲੈ ਰਹੀਆਂ ਨੇ। ਬੜ ਭਾਗੀ ਹਰ ਸੰਗਤ ਪਾਵੇ। ਭਾਗਹੀਣ ਪ੍ਰਭ ਚੋਟਾਂ ਖਾਵੇ। ਆਨੰਦ ਸਾਹਿਬ ਪੜ੍ਹ ਕੇ ਹੁਣ ਆਪਾਂ ਸਮਾਪਤੀ ਕਰੀਏ ਜੀ। ਰਾਵ ਗਲੀ ਮਹਲਾ ਤੀਜਾ। ਅਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੁਰਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰਿਆ ਸਭ ਜੁਗਾ ਬਲਿਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਗੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਮ ਰਹੋ ਮਨ ਮੇਰੇ ਰੂਪ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਅਬ ਨ ਲਾਸ ਮੈਂ ਰੱਖ ਸੁਆਮੀ ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸੰਗੇਵਾ ਯਾ ਨਹੀਂ ਕਰਦੇ ਰਹਿ। ਕਰਦਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਆਵੇ। ਸਦਾ ਸਿਫਤ ਸਲਾਵਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚਾ। ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ। ਜਿਨ ਭੁੱਖਾਂ ਸਾਬ ਗਵਾਇਆ। ਹਰ ਸਾਥ ਸੁਖ ਮਨ ਆਏ ਵਸਿਆ। ਇਸਾ ਸਭ ਬੁਝਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਦੀਆਂ ਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੂ
ਸ਼ਬਦ रो प्यारो साचा ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ ਕਰਤ ਬੰਦੇ ਸ਼ਬਦ ਵਾਜੇ ਕਲਾ ਜਿਤ ਕਰਧਾਰਿਆ ਸੁਧ ਵਸ ਕੀਤੇ ਕਾਲ ਕੰਟਕ ਮਾਰਿਆ धर्म पाया तुझिन को जे नाम हर के लागे ਰਹਿ ਨਾਨਕ ਤਹਿ ਤੁਕੋ ਆਨੰਦ ਕਰ ਆਨੰਦ ਵਾਰੇ नाम सुनो बड़ भाग्य वो सकल मनोरथ पूरे ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਿਸੂਰੇ भूख रोग संताप उतरे गुणी सची वाणी ਅੰਤ ਸਾਜਨ ਪਏ ਸਰਤੇ ਪੂਰੇ ਗੁਰ ਤੇ ਜਾਣੀ देव नीत कह के पवित्र सत बढ़ा भरपूर